ਗੁਰੂ ਕੌਣ ਹੈ, ਇਸ ਗੱਲ ਬਾਰੇ ਗਿਆਨ ਲੈਣਾ ਬਹੁਤ ਜ਼ਰੂਰੀ ਹੈ। ਸਿੱਖ ਦੇ ਜੀਵਨ ਵਿੱਚ ਗੁਰੂ ਦਾ ਕੀ ਰੋਲ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਵਾਰ-ਵਾਰ ਉਪਦੇਸ਼ ਕੀਤਾ ਹੈ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੇ। ਇਹਨੂੰ ਮਹਾਰਾਜ ਕਹਿੰਦੇ ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨ ਹੋਏ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨ ਹੋਏ। ਜੇ ਸੋ ਚੰਦਾ ਉਗਵੇ, ਸੂਰਜ ਚੜੇ ਹਜ਼ਾਰ, ਇੱਤੇ ਚਾਨਣ ਹੁੰਦਿਆਂ, ਗੁਰ ਬਿਨ ਘੋਰ ਅੰਧਾਰ। ਗੁਰੂ ਦੀ ਲੋੜ ਸਿੱਖ ਦੇ ਜੀਵਨ ਵਿੱਚ ਜ਼ਰੂਰੀ ਹੈ, ਕਿਉਂਕਿ ਮਨੁੱਖ ਦੀ ਮੱਤ ਜਿਹੜੀ ਹੈ ਸਾਧ ਸੰਗਤ ਤੋਂ ਕਦੇ ਪਰਫੈਕਟ ਨਹੀਂ ਹੋ ਸਕਦੀ। ਹਰ ਬੰਦਾ ਦੁਨੀਆ ਵਿੱਚ ਇੰਪਰਫੈਕਟ ਹੈ, ਕੋਈ ਨਾ ਕੋਈ ਘਾਟ, ਕੋਈ ਔਗਣ ਸਾਰਿਆਂ ਵਿੱਚ ਹੈ। ਪਰ ਜੇ ਕੋਈ ਦੁਨੀਆ ਵਿੱਚ ਪੂਰਾ ਹੈ ਤਾਂ ਉਹ ਸਿਰਫ ਦੋ ਹਸਤੀਆਂ ਨੇ। ਜਿਹੜਾ ਕਦੇ ਗਲਤੀ ਨਹੀਂ ਕਰਦਾ, ਕਦੇ ਭੁੱਲ ਨਹੀਂ ਕਰਦਾ, ਉਹ ਦੋ ਹਸਤੀਆਂ ਨੇ, ਇੱਕ ਮੇਰਾ ਸਤਿਗੁਰੂ ਤੇ ਦੂਜਾ ਅਕਾਲ ਪੁਰਖ ਰੱਬ। ਇਹਨੂੰ ਮਹਾਰਾਜ ਨੇ ਕਿਹਾ ਭੁੱਲਣ ਅੰਦਰ ਸਭ ਕੋ, ਅਭੁੱਲ ਗੁਰੂ ਕਰਤਾਰ। ਰੱਬ ਤੇ ਗੁਰੂ ਕਦੇ ਗਲਤੀ ਨਹੀਂ ਕਰਦੇ, ਬਾਕੀ ਸਾਰਾ ਸੰਸਾਰ ਭੁੱਲਣ ਵਿੱਚ ਹੈ, ਕਿਉਂਕਿ ਮਨੁੱਖ ਦੀ ਮੱਤ ਜਿਹੜੀ ਹੈ ਉਹ ਪਰਫੈਕਟ ਨਹੀਂ ਹੈ। ਗੁਰੂ ਕੋਲੋਂ ਆਪਾਂ ਮੱਤ ਸਿੱਖਣ ਵਾਸਤੇ ਸਮਾਗਮ ਰੱਖਿਆ, ਇਸ ਲਈ ਸਮਾਗਮ ਦਾ ਨਾਮ ਹੀ ਗੁਰਮਤਿ ਸਮਾਗਮ ਹੈ। ਇੱਕ ਹੋਰ ਬੇਨਤੀ ਸਮਝਿਓ, ਗੁਰੂ ਵਿੱਚ ਉਸਤਾਦ, ਸ਼ਾਗਿਰਦ, ਅਧਿਆਪਕ, ਟੀਚਰ ਤੇ ਆਚਾਰੀਆ ਵਿੱਚ ਬਹੁਤ ਵੱਡਾ ਫਰਕ ਹੈ। ਗੁਰੂ ਕੋਈ ਟੀਚਰ ਨਹੀਂ ਹੈ ਜਿਹੜਾ ਗਿਆਨ ਦੇ ਰਿਹਾ। ਗੁਰੂ ਇਕੱਲਾ ਕੋਈ ਉਸਤਾਦ ਨਹੀਂ ਹੈ ਜਿਹਦੇ ਕੋਲੋਂ ਕੁਝ ਸਿੱਖਣਾ ਹੈ। ਗੁਰੂ ਇਕੱਲਾ ਕੋਈ ਅਧਿਆਪਕ ਜਾਂ ਆਚਾਰੀਆ ਨਹੀਂ। ਸਾਧ ਸੰਗਤ, ਗੁਰੂ ਅਧਿਆਪਕ ਟੀਚਰ ਨਾਲੋਂ ਜ਼ਮੀਨ ਅਸਮਾਨ ਦਾ ਫਰਕ ਹੈ। ਉਹ ਕਿਵੇਂ? ਟੀਚਰ ਕੋਲੋਂ ਨੌਲੇਜ ਮਿਲਦੀ ਹੈ, ਗਿਆਨ ਮਿਲਦਾ ਹੈ, ਬੱਚਾ ਪੜ੍ਹ ਲਿਖ ਕੇ ਡਿਗਰੀਆਂ ਕਰਦਾ ਹੈ। ਅਧਿਆਪਕ ਕੋਲੋਂ ਕੋਈ ਦੁਨਿਆਵੀ ਕਿਤਾਬਾਂ ਦਾ ਗਿਆਨ ਮਿਲਦਾ ਹੈ, ਉਸਤਾਦ ਕੋਲੋਂ ਕਿਸੇ ਕੰਮ ਦੀ ਨੌਲੇਜ ਮਿਲਦੀ ਹੈ, ਆਚਾਰੀਆ ਕੋਲੋਂ ਸ਼ਾਸਤਰਾਂ ਦਾ ਗਿਆਨ ਮਿਲਦਾ ਹੈ। ਪਰ ਸਾਧ ਸੰਗਤ, ਪਾਤਸ਼ਾਹ ਨੇ ਕਿਹਾ ਗੁਰੂ ਵਿੱਚ ਤੇ ਟੀਚਰ ਵਿੱਚ ਬਹੁਤ ਵੱਡਾ ਫਰਕ ਹੈ, ਕਿਉਂਕਿ ਗੁਰੂ ਵਿੱਚ ਰੱਬ ਆਪ ਵਸਿਆ ਹੁੰਦਾ ਹੈ। ਗੁਰੂ ਵਿੱਚ ਤੇ ਰੱਬ ਵਿੱਚ ਕੋਈ ਭੇਦ ਨਹੀਂ ਹੈ। ਗੁਰ ਪਰਮੇਸ਼ਰ ਇੱਕੋ ਜਹਾਨ। ਇਹਨੂੰ ਸੱਚੇ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ, ਭਾਈ ਗੁਰੂ ਦੇ ਵਿੱਚ ਰੱਬ ਸਮਾਇਆ ਹੋਇਆ ਤੇ ਗੁਰੂ ਵਿੱਚ ਰੱਬ ਨੇ ਆਪਣੇ ਆਪ ਨੂੰ ਰੱਖਿਆ ਹੋਇਆ। ਨਿਰੰਕਾਰ ਵਿੱਚ ਤੇ ਗੁਰੂ ਵਿੱਚ ਭੇਦ ਨਹੀਂ ਹੈ। ਇੱਕ ਪੌੜੀ ਤੁਸੀਂ ਆਸਾ ਦੀ ਵਾਰ ਵਿੱਚ ਪੜ੍ਹਦੇ ਹੋ, ਜਿੱਥੇ ਮਹਾਰਾਜ ਨੇ ਕਿਹਾ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਅੱਗੇ ਲਿਖਿਆ ਸਤਿਗੁਰ ਵਿੱਚ ਆਪ ਰੱਖਿਓਨ। ਰੱਬ ਨੇ ਆਪਣਾ ਆਪ ਗੁਰੂ ਵਿੱਚ ਟਿਕਾਇਆ ਹੋਇਆ। ਰੱਬ ਕਿਸੇ ਨੂੰ ਨਜ਼ਰ ਨਹੀਂ ਆ ਰਿਹਾ। ਰੱਬ ਕੋਈ ਪ੍ਰਤੱਖ ਪ੍ਰਗਟ ਨਹੀਂ ਹੈ ਦੁਨੀਆ ਵਿੱਚ। ਜੇ ਕੋਈ ਬੰਦਾ ਤਰਕ ਕਰੇ ਕਿ ਰੱਬ ਨਹੀਂ ਵੇਖਿਆ, ਰੱਬ ਵਿਖਾਓ, ਤਾਂ ਸਾਧ ਸੰਗਤ ਰੱਬ ਨੂੰ ਵਿਖਾਇਆ ਨਹੀਂ ਜਾ ਸਕਦਾ। ਉਹਦਾ ਕੋਈ ਦੁਨੀਆ ਵਿੱਚ ਰੂਪ ਨਹੀਂ ਹੈ, ਰੰਗ ਨਹੀਂ ਹੈ, ਰੇਖ ਨਹੀਂ ਹੈ। ਇਸੇ ਲਈ ਮਹਾਰਾਜ ਨੇ ਕਿਹਾ ਰੂਪ ਨਾ ਰੇਖ ਨਾ ਰੰਗ, ਇਸ ਤ੍ਰਿਹ ਗੁਣ ਤੇ ਪ੍ਰਭ ਭਿੰਨ, ਤਿਸੈ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਜਿੱਤੇ ਰੱਬ ਪ੍ਰਸੰਨ ਹੋਵੇ ਉਹਨੂੰ ਆਪਣੇ ਬਾਰੇ ਸੋਝੀ ਦਿੰਦਾ। ਮਹਾਰਾਜ ਜਿੱਤੇ ਰੱਬ ਪ੍ਰਸੰਨ ਹੋਵੇ ਉਹਨੂੰ ਕਿਵੇਂ ਫਿਰ ਆਪਣੀ ਸੋਝੀ ਦਿੰਦਾ? ਉਹਦੇ ਬਾਰੇ ਫਿਰ ਮਹਾਰਾਜ ਨੇ ਕਿਹਾ ਭਾਈ ਉਹ ਬੰਦਾ ਮਾਨਸ ਦੇਹ ਵਿੱਚ ਪਹਿਲਾਂ ਗੁਰੂ ਧਾਰਨ ਕਰਦਾ, ਉਹ ਗੁਰੂ ਵਾਲਾ ਬਣਦਾ, ਗੁਰੂ ਦੇ ਰਾਹੀਂ ਉਹਨੂੰ ਰੱਬ ਦੀ ਸੋਝੀ ਹੁੰਦੀ ਹੈ। ਇਹ ਅਕਾਲ ਪੁਰਖ ਰੱਬ ਦਾ ਹੁਕਮ ਹੈ। ਇਹਨੂੰ ਮਹਾਰਾਜ ਕਹਿੰਦੇ ਜਿਨ ਕੋ ਭੈ ਦਇਆਲ, ਜਿੱਤੇ ਰੱਬ ਪ੍ਰਸੰਨ ਹੋਇਆ, ਜਿੱਤੇ ਰੱਬ ਨੇ ਕਿਰਪਾ ਕੀਤੀ। ਕਿਉਂਕਿ ਰੂਪ ਨਾ ਰੇਖ ਨਾ ਰੰਗ, ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ, ਤਿਸੈ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਰੱਬ ਦੇ ਪ੍ਰਸੰਨ ਹੋਣ ਦਾ ਕੀ ਨਿਸ਼ਾਨੀ ਹੈ? ਕਹਿੰਦੇ ਉਹ ਬੰਦਾ ਗੁਰੂ ਵਾਲਾ ਬਣ ਜਾਂਦਾ। ਸੁਣਿਓ ਧਿਆਨ ਨਾਲ। ਹਜ਼ੂਰ ਕਹਿੰਦੇ ਜਿਨ ਕੋ ਭੈ ਦਇਆਲ, ਤਿਨ ਸਾਧੂ ਸੰਗ ਪਿਆ। ਭਾਈ ਉਹਨੂੰ ਗੁਰੂ ਦੀ ਸੰਗਤ ਪ੍ਰਾਪਤ ਹੋਈ।
ਜਿਨ ਕੋ ਭਏ ਦਇਆਲ ਤਿਨ ਸਾਧੂ ਸੰਗ ਭਇਆ, ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਿਆ। ਕਿਉਂਕਿ ਸਤਿਗੁਰ ਵਿੱਚ ਆਪ ਰੱਖਿਓ, ਰੱਬ ਨੇ ਆਪਣਾ ਆਪ ਸਤਿਗੁਰੂ ਵਿੱਚ ਰੱਖਿਆ। ਇੱਕ ਪੰਕਤੀ ਤੁਸੀਂ ਪੜ੍ਹੋਗੇ, ਗੁਰੂ ਅਮਰਦਾਸ ਮਹਾਰਾਜ ਲਿਖਦੇ ਨੇ, ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨ ਕੋਇ। ਉਸੇ ਬਾਣੀ ਨੂੰ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਗੁਰੂ ਵੀ ਹੈ ਤੇ ਬਾਣੀ ਨਿਰੰਕਾਰ ਵੀ ਹੈ, ਕਿਉਂਕਿ ਬਾਣੀ ਗੁਰੂ ਰਾਹੀਂ ਹੀ ਨਿਰੰਕਾਰ ਦਾ ਗਿਆਨ ਮਿਲਦਾ ਹੈ। ਸਤਿਗੁਰ ਵਿੱਚ ਆਪ ਰੱਖਿਓ, ਕਰ ਪ੍ਰਗਟ ਆਖ ਸੁਣਾਇਆ। ਜਿਹੜੀ ਆਪਾਂ ਪਹਿਲਾਂ ਪੰਕਤੀ ਪੜ੍ਹੀ ਉਹ ਵੀ ਸੁਣਿਓ। ਰੋਜ਼ ਦਰਬਾਰ ਸਾਹਿਬ ਤੋਂ ਇਹ ਪੌੜੀ ਪੜ੍ਹੀ ਜਾਂਦੀ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਣ ਹਾਰੇ ਧਾਰਿਆ। ਸਤਿਗੁਰ ਵਿੱਚ ਆਪ ਰੱਖਿਓ, ਰੱਬ ਨੇ ਆਪਣਾ ਆਪ ਗੁਰੂ ਵਿੱਚ ਰੱਖਿਆ, ਆਪ ਸਿਰਜਣ ਹਾਰੇ ਧਾਰਿਆ। ਅੱਗੇ ਲਿਖਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਗੁਰੂ ਰਾਮਦਾਸ ਮਹਾਰਾਜ ਨੂੰ ਪਾਰ ਬ੍ਰਹਮ ਕਰਕੇ ਸਿੱਖਾਂ ਨੇ, ਸੰਗਤ ਨੇ ਨਮਸਕਾਰ ਕੀਤੀ, ਕਿਉਂਕਿ ਸਤਿਗੁਰ ਵਿੱਚ ਆਪ ਰੱਖਿਓ, ਕਰ ਪ੍ਰਗਟ ਆਖ ਸੁਣਾਇਆ। ਗੁਰੂ ਵਿੱਚ ਅਕਾਲ ਪੁਰਖ ਰੱਬ ਨੇ ਆਪਣਾ ਆਪ ਰੱਖਿਆ। ਇਸ ਲਈ ਸਾਧ ਸੰਗਤ, ਗੁਰੂ ਦੇ ਰਾਹੀਂ ਹੀ ਰੱਬ ਦਾ ਗਿਆਨ ਹੁੰਦਾ। ਹੁਣ ਅਗਲੀ ਬੇਨਤੀ ਸੁਣਿਓ। ਜਦੋਂ ਗੁਰੂ ਦੇ ਰਾਹੀਂ ਸਿੱਖ ਨੂੰ ਰੱਬ ਦਾ ਗਿਆਨ ਹੁੰਦਾ, ਫਿਰ ਸਾਧ ਸੰਗਤ ਉਹਨੂੰ ਇਹ ਸਮਝ ਆਉਂਦੀ ਵੀ ਗੁਰੂ ਵਿੱਚ ਤੇ ਰੱਬ ਵਿੱਚ ਕੋਈ ਭੇਦ ਨਹੀਂ ਹੈ। ਉਹ ਫਿਰ ਗੁਰੂ ਵਿੱਚ ਤੇ ਰੱਬ ਵਿੱਚ ਕੋਈ ਭੇਦ ਨਹੀਂ ਜਾਣਦਾ। ਗੁਰੂ ਹੀ ਪਰਮੇਸ਼ਰ ਹੈ, ਉਹਨੂੰ ਗੁਰ ਪਰਮੇਸ਼ਰ ਕਹਿਣਗੇ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲੱਗੀ ਬਹਾਰ। ਗੁਰੂ ਵਿੱਚ ਤੇ ਰੱਬ ਵਿੱਚ ਕੋਈ ਭੇਦ ਨਹੀਂ ਹੈ। ਜੇ ਵਾਰੀ ਤੌਰ ਤੇ ਕੋਈ ਕਵੇ ਜੀ ਰੱਬ ਵਿਖਾਓ, ਤਾਂ ਸਾਧ ਸੰਗਤ ਰੱਬ ਵਿਖਾਇਆ ਨਹੀਂ ਜਾ ਸਕਦਾ। ਭਗਤ ਨਾਮਦੇਵ ਸਾਹਿਬ ਜੀ ਦਾ ਇੱਕ ਉਲੇਖ ਭਾਈ ਗੁਰਦਾਸ ਸਾਹਿਬ ਜੀ ਨੇ ਕੀਤਾ। ਕਹਿੰਦੇ ਨਾਮਦੇਵ ਤੇ ਤਰਲੋਚਨ ਇੱਕੋ ਪਿੰਡ ਦੇ ਨੇ, ਇਕੱਠੇ ਬਹਿ ਕੇ ਭਗਤੀ ਕਰਦੇ ਨੇ, ਸਿਰਫ ਜਾਤੀ ਦਾ ਫਰਕ ਹੈ। ਤਰਲੋਚਨ ਆਪਣੇ ਆਪ ਨੂੰ ਬ੍ਰਾਹਮਣ ਸਮਝਦਾ, ਨਾਮਦੇਵ ਛਿੱਪਿਆਂ ਦੇ ਘਰ ਜਨਮ ਲਿਆ, ਉਹ ਕੱਪੜੇ ਸਿਉਂਦੇ ਨੇ। ਰੋਜ਼ ਆ ਕੇ ਕੱਪੜੇ ਸਿਉਣ ਵਾਲੇ ਨਾਮਦੇਵ ਦੀ ਹੱਟ ਤੇ ਉਹ ਬ੍ਰਾਹਮਣ ਤਰਲੋਚਨ ਬਹਿ ਜਾਂਦਾ। ਦੋਵੇਂ ਜਣੇ ਬਹਿ ਕੇ ਭਗਤੀ ਕਰਦੇ ਨੇ, ਰੱਬ ਦੀਆਂ ਬਾਤਾਂ ਕਰਦੇ ਨੇ, ਘੰਟਿਆਂ ਵੱਧੀ ਸਮਾਂ ਲੰਘ ਜਾਂਦਾ। ਕਹਿੰਦੇ ਇੱਕ ਦਿਨ ਤਰਲੋਚਨ ਨੇ ਜਦੋਂ ਭਗਤ ਨਾਮਦੇਵ ਸਾਹਿਬ ਨੇ ਸੁਣਾਇਆ ਨਾ, ਕਹਿੰਦੇ ਤਰਲੋਚਨ ਮੈਨੂੰ ਰੱਬ ਦੇ ਦਰਸ਼ਨ ਹੋਏ ਬਈ, ਰੱਬ ਇੰਨਾ ਸੋਹਣਾ ਇਸ ਤਰ੍ਹਾਂ ਦਾ ਨਜ਼ਰ ਆਇਆ। ਅੱਜ ਰੱਬ ਦਾ ਇੰਨਾ ਚਿਰ ਮੇਰੇ ਕੋਲ ਬੈਠਾ ਰਿਹਾ। ਜਦੋਂ ਰੱਬ ਦੀਆਂ ਕਥਾ ਕਹਾਣੀਆਂ ਤਰਲੋਚਨ ਨੇ ਸੁਣੀਆਂ, ਇੱਕ ਦਿਨ ਸੁਣ ਲਈਆਂ, 2 ਦਿਨ ਸੁਣੀਆਂ, 4 ਦਿਨ ਸੁਣੀਆਂ। ਇੱਕ ਦਿਨ ਭਗਤ ਤਰਲੋਚਨ ਨੇ ਇਹ ਗੱਲ ਕਹਿ ਦਿੱਤੀ, ਕਹਿੰਦੇ ਨਾਮਦੇਵ ਮੈਨੂੰ ਐਂ ਲੱਗਦਾ ਤੂੰ ਝੂਠ ਬੋਲਦਾ। ਕਹਿੰਦੇ ਕਿਵੇਂ? ਕਹਿੰਦੇ ਮੈਂ ਵੀ ਤੇਰੇ ਨਾਲ ਹੀ ਬੰਦਗੀ ਕਰਦਾ, ਤੇਰੇ ਨਾਲੋਂ ਤਾਂ ਜਾਤ ਵੀ ਮੇਰੀ ਉੱਚੀ ਹੈ। ਕਹਿੰਦੇ ਮੈਨੂੰ ਤਾਂ ਰੱਬ ਦੇ ਦਰਸ਼ਨ ਹੋਏ ਨਹੀਂ, ਤੈਨੂੰ ਰੱਬ ਦੇ ਦਰਸ਼ਨ ਕਿਵੇਂ ਹੋ ਗਏ? ਤੇ ਜੇ ਤੂੰ ਝੂਠ ਨਹੀਂ ਬੋਲਦਾ, ਫਿਰ ਮੈਨੂੰ ਵੀ ਉਸ ਰੱਬ ਦੇ ਦਰਸ਼ਨ ਕਰਵਾ। ਜਦੋਂ ਤੈਨੂੰ ਰੱਬ ਮਿਲੇ, ਮਾੜੀ ਜਿਹੀ ਸਿਫਾਰਿਸ਼ ਕਰ ਦੇ। ਕਹਿੰਦੇ ਜੀ ਮੇਰਾ ਮਿੱਤਰ ਹੈ ਇੱਕ ਤਰਲੋਚਨ ਮੇਰੇ ਪਿੰਡ ਦਾ, ਉਹਨੂੰ ਵੀ ਦਰਸ਼ਨ ਦੇ ਦਿਓ। ਕਹਿੰਦੇ ਰੱਬ ਦਾ ਕੀ ਜਾਂਦਾ, ਤੂੰ ਮਾੜੀ ਜਿਹੀ ਸਿਫਾਰਿਸ਼ ਕਰ ਦੇ। ਜੇ ਫਿਰ ਮੈਨੂੰ ਰੱਬ ਨੇ ਦਰਸ਼ਨ ਨਾ ਦਿੱਤੇ, ਤਾਂ ਮੇਰਾ ਮਨ ਕਹਿੰਦਾ ਨਾਮਦੇਵ ਤੂੰ ਝੂਠ ਬੋਲਦਾ, ਤੈਨੂੰ ਵੀ ਰੱਬ ਦੇ ਦਰਸ਼ਨ ਨਹੀਂ ਹੋਏ, ਮੈਂ ਵੀ ਤੇਰੇ ਵਾਂਗ ਹੀ ਭਗਤੀ ਕਰਦਾ। ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਭਾਈ ਗੁਰਦਾਸ ਜੀ ਲਿਖਦੇ, ਦਰਸ਼ਨ ਦੇਖਣ ਨਾਮ ਦਿਓ, ਭਲਕੇ ਉੱਠ ਤਰਲੋਚਨ ਆਵੇ। ਰੋਜ਼ ਸਵੇਰੇ ਤਰਲੋਚਨ ਨਾਮਦੇਵ ਕੋਲ ਆਉਂਦਾ ਤੇ ਕਰਦੇ ਕੀ ਨੇ? ਭਗਤ ਕਰਨ ਮਿਲ ਦੋ ਜਣੇ, ਨਾਮਦੇਵ ਹਰ ਚਲਤ ਸੁਣਾਵੇ। ਨਾਮਦੇਵ ਰੱਬ ਦੇ ਕੌਤਕ ਸੁਣਾਉਂਦੇ, ਦੋਵੇਂ ਭਗਤੀ ਕਰਦੇ ਨੇ। ਇੱਕ ਦਿਨ ਫਿਰ ਨਾਮਦੇਵ ਜੀ ਨੇ ਕਹਿ ਦਿੱਤਾ ਮੈਨੂੰ ਰੱਬ ਦੇ ਐਂ ਦਰਸ਼ਨ ਹੋਏ। ਇੱਕ ਦਿਨ, 2 ਦਿਨ, 4 ਦਿਨ ਸੁਣਨ ਤੋਂ ਬਾਅਦ ਸ਼ੱਕ ਹੋ ਗਈ ਤੇ ਤਰਲੋਚਨ ਬੋਲੇ, ਕਹਿੰਦੇ ਮੇਰੀ ਭੀ ਕਰ ਬੇਨਤੀ, ਦਰਸ਼ਨ ਦਿਓ ਜੇ ਤਿਸ ਭਾਵੈ। ਕਹਿੰਦੇ ਨਾਮਦੇਵ ਮੇਰੀ ਵੀ ਮਾੜੀ ਜਿਹੀ ਸਿਫਾਰਿਸ਼ ਕਰਦੇ ਬਈ, ਜੇ ਰੱਬ ਵਾਕੇ ਤੈਨੂੰ ਮਿਲਿਆ ਫਿਰ ਮੈਨੂੰ ਵੀ ਦਰਸ਼ਨ ਕਰਵਾ ਦੇ।
ਤਾਂ ਭਾਈ ਗੁਰਦਾਸ ਸਾਹਿਬ ਲਿਖਦੇ, ਫਿਰ ਨਾਮਦੇਵ ਜੀ ਨੇ ਰੱਬ ਨੂੰ ਸਿਫਾਰਿਸ਼ ਕੀਤੀ, ਕਹਿੰਦੇ ਜੀ ਤਰਲੋਚਨ ਨੂੰ ਵੀ ਦਰਸ਼ਨ ਦਿਓ। ਜੇ ਤੁਸੀਂ ਤਰਲੋਚਨ ਨੂੰ ਦਰਸ਼ਨ ਨਾ ਦਿੱਤੇ ਤਾਂ ਤਰਲੋਚਨ ਸ਼ੱਕ ਵਿੱਚ ਆ ਗਿਆ ਕਿ ਰੱਬ ਨਹੀਂ ਹੈ ਕੋਈ ਵੀ, ਤੇ ਨਾਮਦੇਵ ਤੂੰ ਵੀ ਝੂਠ ਬੋਲਨੇ। ਕਹਿੰਦੇ ਰੱਬ ਜੀ ਮਾੜੇ ਜਿਹੇ ਦਰਸ਼ਨ ਝਲਕ ਤਰਲੋਚਨ ਨੂੰ ਵੀ ਦੇ ਦਿਓ, ਕਿਤੇ ਇਹ ਨਾ ਹੋਵੇ ਸ਼ੰਕੇ ਵਿੱਚ ਸ਼ੱਕ ਵਿੱਚ ਤਰਲੋਚਨ ਭਗਤੀ ਤੋਂ ਟੁੱਟ ਜਾਏ। ਜਦੋਂ ਨਾਮਦੇਵ ਜੀ ਨੇ ਰੱਬ ਨੂੰ ਸਿਫਾਰਿਸ਼ ਕੀਤੀ, ਹੁਣ ਸੁਣਿਓ ਰੱਬ ਨੇ ਕੀ ਕਿਹਾ। ਕਹਿੰਦੇ ਜਦੋਂ ਰੱਬ ਨੂੰ ਸਿਫਾਰਿਸ਼ ਕੀਤੀ ਨਾ, ਮੋਹਰਿਓਂ ਰੱਬ ਨੇ ਕਿਹਾ ਨਾਮਦੇਵ ਤਰਲੋਚਨ ਵਿੱਚ 2 ਕਮੀਆਂ ਨੇ, ਉਹਨੂੰ ਕਹੇ ਪਹਿਲਾਂ 2 ਕਮੀਆਂ ਦੂਰ ਕਰ, ਫਿਰ ਮੈਂ ਉਹਨੂੰ ਦਰਸ਼ਨ ਦੇਵਾਂਗਾ। ਤਰਲੋਚਨ ਨੂੰ ਦੱਸ ਦੇ ਉਹਦੇ ਵਿੱਚ 2 ਕਮੀਆਂ 2 ਘਾਟਾਂ ਨੇ, ਪਹਿਲਾਂ ਉਹ ਘਾਟ ਪੂਰੀ ਕਰ ਲੈ, ਉਹ ਕਮੀ ਦੂਰ ਕਰੇ, ਫਿਰ ਦਰਸ਼ਨ ਤਾਂ ਮੈਂ ਹੁਣੇ ਦੇ ਦਾਂਗਾ। ਕਹਿੰਦੇ ਨਾਮਦੇਵ ਨੂੰ ਰੱਬ ਨੇ ਜਵਾਬ ਦਿੱਤਾ, ਪਹਿਲੀ ਕਮੀ ਤਰਲੋਚਨ ਵਿੱਚ ਇਹ ਹੈ, ਉਹ ਭਗਤੀ ਕਰਕੇ ਦਾਅਵਾ ਕਰਦਾ ਕਿ ਮੈਂ ਵੀ ਉੱਚੀ ਜਾਤ ਦਾ, ਮੈਂ ਵੀ ਅੰਮ੍ਰਿਤ ਵੇਲੇ ਉੱਠਦਾ, ਮੈਂ ਵੀ ਭਗਤੀ ਕਰਦਾ। ਕਹਿੰਦੇ ਨਾਮਦੇਵ ਕਹਦੇ ਤਰਲੋਚਨ ਨੂੰ, ਜਿੰਨੀ ਮਰਜ਼ੀ ਕੋਈ ਭਗਤੀ ਕਰੇ, ਇਹ ਸੱਚ ਹੈ, ਦਾਅਵਾ ਕਰਨ ਵਾਲੇ ਨੂੰ ਰੱਬ ਕਦੇ ਦਰਸ਼ਨ ਨਹੀਂ ਦਿੰਦਾ। ਜਿੱਦਣ ਦਾਅਵਾ ਕਰਕੇ ਛੱਡ ਦੇਵੇ ਕਿ ਮੈਂ ਨਹੀਂ ਕੁਝ ਵੀ ਕਰ ਰਿਹਾ, ਉਦਣ ਦਿਦਾਰ ਹੁੰਦੇ ਨੇ। ਜਿੰਨੀ ਦੇਰ ਦਾਅਵਾ ਕਰ ਰਿਹਾ ਕਿ ਮੈਂ ਕਰ ਰਿਹਾ, ਉਨੀ ਦੇਰ ਰੱਬ ਦਰਸ਼ਨ ਨਹੀਂ ਦੇਗਾ। ਇਹਨੂੰ ਮਹਾਰਾਜ ਬਾਣੀ ਅੰਦਰ ਕਹਿੰਦੇ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਅਨਲ ਗਮ ਜੈਸੇ ਲਹਿਰ ਮੈਂ ਉਦਤ ਜਲ ਕੇਵਲ ਜਲ ਮਾਹੀ। ਕਹਿੰਦੇ ਰੱਬ ਨੇ ਪਹਿਲੀ ਕਮੀ ਦੱਸੀ, ਕਹਿੰਦੇ ਤਰਲੋਚਨ ਨੂੰ ਕਿ ਹੋਂ ਅਧੀਨ ਹਾਂ ਭਗਤ ਦੇ, ਮੈਂ ਭਗਤੀ ਕਰਨ ਵਾਲਿਆਂ ਦਾ ਗੁਲਾਮ ਹੈ। ਰੱਬ ਨੇ ਕਿਹਾ ਅਧੀਨ ਆ ਭਗਤੀ ਵਾਲਿਆਂ ਦੇ, ਪਰ ਪਹੁੰਚਣਾ ਹੰਗਾ ਭਗਤੀ ਦਾਵੇ। ਕਹਿੰਦੇ ਕੋਈ ਭਗਤੀ ਕਰਕੇ ਦਾਵਾ ਕਰੇ ਨਾ ਮੈਂ ਨਾਮ ਜਪਨੇ, ਕਹਿੰਦੇ ਉਹਨੂੰ ਨਹੀਂ ਦਰਸ਼ਨ ਦਿੰਦਾ। ਦਾਵਾ ਕਰਨ ਵਾਲੇ ਨੂੰ ਰੱਬ ਕਦੇ ਦੀਦਾਰ ਨਹੀਂ ਦੇਗਾ। ਜਾ ਕੇ ਕਹਦੇ ਤਰਲੋਚਨ ਨੂੰ, ਪਹਿਲਾਂ ਦਾਵਾ ਛੱਡੇ ਭਗਤੀ ਦਾ, ਪਹਿਲਾਂ ਦਾਵਾ ਛੱਡੇ ਉੱਚੀ ਜਾਤ ਦਾ, ਪਹਿਲਾਂ ਦਾਵਾ ਛੱਡੇ ਅੰਮ੍ਰਿਤ ਵੇਲੇ ਉੱਠਣ ਦਾ, ਆਪਣੀ ਭਗਤੀ ਕਰਨ ਦਾ ਦਾਵਾ ਛੱਡ ਦੇਵੇ। ਕਹਿੰਦੇ ਦੂਜੀ ਕਮੀ ਤਰਲੋਚਨ ਵਿੱਚ ਪਤਾ ਕੀ ਹੈ, ਉਹਨੂੰ ਦਰਸ਼ਨ ਇਸ ਲਈ ਨਹੀਂ ਹੋ ਰਹੇ, ਉਹ ਭਗਤੀ ਤਾਂ ਕਰਦਾ, ਨਾਮ ਤਾਂ ਜਪਦਾ, ਤੇਰੀ ਸੰਗਤ ਤਾਂ ਕਰਦਾ, ਪਰ ਅਜੇ ਤੱਕ ਉਹਨੇ ਗੁਰੂ ਧਾਰਨ ਨਹੀਂ ਕੀਤਾ। ਉਹਨੂੰ ਕਹੇ ਵਿੱਚ ਕੋਈ ਗੁਰੂ ਵਿਚੋਲਾ ਪਾਵੇ, ਜਿੰਨੀ ਦੇਰ ਗੁਰੂ ਵਿਚੋਲਾ ਵਿੱਚ ਨਾ ਹੋਵੇ ਰੱਬ ਕਦੇ ਦਰਸ਼ਨ ਨਹੀਂ ਦਿੰਦਾ। ਕਹਿੰਦੇ ਉਹਨੂੰ ਕਹੇ ਵਿੱਚ ਗੁਰੂ ਪਾ, ਪਹਿਲਾਂ ਗੁਰੂ ਤੋਂ ਬਗੈਰ ਨਹੀਂ ਮੈਂ ਸਿੱਧਾ ਮਿਲਦਾ। ਜਦੋਂ ਭਗਤ ਨਾਮਦੇਵ ਸਾਹਿਬ ਨੇ ਦੱਸਿਆ, ਫਿਰ ਭਾਈ ਗੁਰਦਾਸ ਜੀ ਲਿਖਦੇ, ਹੋਂ ਅਧੀਨ ਹਾਂ ਭਗਤ ਦੇ, ਪਹੁੰਚਣਾ ਹੰਗਾ ਭਗਤੀ ਦਾਵੇ, ਕੋਈ ਹੋਏ ਵਿਚੋਲਾ ਆਣ ਮਿਲਾਵੇ। ਜਦੋਂ ਤਰਲੋਚਨ ਨੂੰ ਦੱਸਿਆ ਭਗਤੀ ਦਾ ਦਾਵਾ ਛੱਡ ਤਰਲੋਚਨ, ਨਾਲੇ ਗੁਰੂ ਧਾਰਨ ਕਰ, ਉਦਣੇ ਭਗਤ ਤਰਲੋਚਨ ਨੇ ਭਗਤੀ ਦਾ ਦਾਵਾ ਛੱਡ ਦਿੱਤਾ, ਉੱਚੀ ਜਾਤ ਦਾ ਵੀ ਦਾਵਾ ਛੱਡਿਆ। ਛਿਪੇ ਅਖਵਾਉਣ ਵਾਲੇ ਭਗਤ ਨਾਮਦੇਵ ਸਾਹਿਬ ਦੇ ਚਰਨ ਪਕੜ ਕੇ ਮੱਥਾ ਟੇਕ ਕੇ ਕਿਹਾ, ਨਾਮਦੇਵ ਜੇ ਫਿਰ ਗੁਰੂ ਤੋਂ ਬਗੈਰ ਰੱਬ ਨਹੀਂ ਮਿਲਦਾ, ਤੇਰੇ ਤੋਂ ਵੱਡਾ ਗੁਰੂ ਮੈਨੂੰ ਕਿਹੜਾ ਮਿਲਣਾ, ਜਿਹਨੂੰ ਰੱਬ ਦੇ ਦਰਸ਼ਨ ਹੋਏ। ਮੈਂ ਤੇਰੇ ਚਰਨਾਂ 'ਚ ਮੱਥਾ ਟੇਕ ਕੇ ਅੱਜ ਤੋਂ ਬਾਅਦ ਤੈਨੂੰ ਗੁਰੂ ਧਾਰਨ ਕਰਨਾ ਤੇ ਮੈਨੂੰ ਰੱਬ ਦੇ ਦਰਸ਼ਨ ਕਰਵਾ। ਜਿੱਦਣ ਉੱਚੀ ਜਾਤ ਦਾ ਦਾਵਾ ਛੱਡਿਆ, ਭਗਤੀ ਦਾ ਦਾਵਾ ਛੱਡਿਆ, ਨਾਮਦੇਵ ਸਾਹਿਬ ਦੇ ਚਰਨਾਂ 'ਚ ਮੱਥਾ ਟੇਕ ਕੇ ਗੁਰੂ ਧਾਰਨ ਕੀਤਾ, ਉਹ ਤੋਂ ਅਗਲੇ ਦਿਨ ਹੀ ਕਹਿੰਦੇ ਨੇ ਤਰਲੋਚਨ ਨੂੰ ਰੱਬ ਦੇ ਦੀਦਾਰ ਹੋ ਗਏ। ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ 4 ਸ਼ਬਦ ਨੇ ਭਗਤ ਤਰਲੋਚਨ ਜੀ ਦੇ, ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਇਹ ਸ਼ਬਦ ਭਗਤ ਤਰਲੋਚਨ ਜੀ ਦਾ। ਬਦਤ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੈ ਹਿਰਦੈ ਵਸੈ। ਭਗਤ ਤਰਲੋਚਨ ਜੀ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 4 ਸ਼ਬਦ ਹੋਣ। ਕਹਿਣ ਤੋਂ ਭਾਵ ਗੁਰੂ ਤੋਂ ਬਗੈਰ ਰੱਬ ਨਹੀਂ ਮਿਲੇਗਾ, ਔਰ ਜਦੋਂ ਗੁਰੂ ਕੋਲ ਆਉਂਗੇ ਪਹਿਲੀ ਸ਼ਰਤ ਗੁਰੂ ਦੀ ਇਹ ਹੈ, ਦਾਵਾ ਛੱਡ ਕੇ ਆ। ਜੇ ਤੂੰ ਦਾਵਾ ਕੀਤਾ ਨਾ ਆਪਣੀ ਅਕਲ ਦਾ, ਤਾਂ ਗੁਰੂ ਕੋਲੋਂ ਕੁਝ ਨਹੀਂ ਮਿਲੇਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਅੰਗ ਤੇ ਲਿਖਿਆ, ਸਹਸ ਸਿਆਣਪਾਂ ਲੱਖ ਹੋਹੇ ਤਾਂ ਇੱਕ ਨਾ ਚੱਲੇ ਨਾਲ। ਭਾਈ ਤੂੰ ਹਜ਼ਾਰਾਂ ਸਿਆਣਪਾਂ ਚੱਕੀ ਫਿਰੇ, ਇੱਕ ਵੀ ਗੁਰੂ ਦੇ ਅੱਗੇ ਚੱਲਦੀ ਨਹੀਂ। ਜੇ ਰੱਬ ਨੂੰ ਮਿਲਣਾ ਪਹਿਲਾਂ ਸਿਆਣਪ ਛੱਡ। ਇਹਨੂੰ ਮਹਾਰਾਜ ਕਹਿਣਗੇ, ਤਜੋ ਸਿਆਣਪ ਸੁਰਜਨੋ, ਪੜੋ ਇੱਕ ਵਾਰ, ਤਜੋ ਸਿਆਣਪ ਸੁਰਜਨੋ, ਤਜੋ ਸਿਆਣਪ ਸਿਮਰੋ ਹਰ ਹਰ ਰਾਏ,
एक आस हर मन रखो, नानक दुख भरम पौ जाए। पातशाह रोज रहरास की बाणी में कहणगे सियाणप छड्ड। कई बार धार्मिक बंदे भी दावे कर देंगे ने, भगती करने वाले धार्मिक लोग दुनिया च दावे करन लग पैंदे ने, मेरे च कोई कमी कढ़ के विखावे, मेरे वल कोई उंगल करके विखावे, मैनू कोई माड़ा कह के विखावे। साध संगत ये दावा करन वाला कई बार बंदा धोखा खा जाता है। सिख नूं अपने गुरु ते महान होना चाहिए, पर सिख कदे अपने कर्मां ते महान करके दावा ना करे। ਜਿਹੜੇ लोग कहते ने मेरे वल कोई उंगल करके विखावे, जदों गुरु अपनी नज़र फेर लैंदा, माफ़ करियो दुनिया दीयां सारियां उंगलों बंदे वल हो जांदियां ने, सारियां तौमतां बंदे ते लग जांदियां ने। उन्नी देर वो तौमतां तो बचिया रहिंदा जिन्नी देर गुरु की नज़र रहे। गुरु औगणा ते भी पर्दा पा के ढक दिंदा ते साध संगत जे गुरु की नज़र ना होवे, चेते रखियो सारी दुनिया दी उंगलां उहदे वल हुंदियां। फिर इसलिए महाराज ने बचन कहा दावा ना करी। महाराज फिर की करना है, कहते गुरु दे सिख दी ये निशानी है, वो रोज हथ जोड़ के कवे पातशाह मेरा आचरण तां उच्चा है जे तेरी किरपा है। पातशाह जे तुहाडी किरपा ना होवे असीं काहदे जती सती, जे तुहाडी किरपा ना होवे साडा काहदा जप तप है। रोज सिख अरदास करके कवे ना हो जती, सती नहीं पढ़िया मूर्ख मुगदा जन्म भया, प्रणवत नानक तिन की शरणा जिन तू नाही विसरिया। दावा छड़ के रोज कवे जप तप संयम धर्म ना कमाया, पढ़ो जप तप संयम धर्म ना कम, सेवा साधना जान्या हर राया, कहो नानक हम नीच कर्मा, शरण परे की राखो शर्म। जदों वो जप तप का दावा छड़ के अरदास करे, पातशाह अपनी शरण में रखो। जेदा दावा कोई नहीं उन्होंने गुरु गल नाल ला लैंदा, जिहदे अंदर दावा है साध संगत गुरु कदे उन्होंने गल नाल नहीं लाउंदा। श्री गुरु नानक साहब महाराज जदों उज्जैन तो वापस आए ना, रस्ते में एक रियासत पैंदी है, छोटा जिहा नगर सी, हुण उत्थे अस्थान बनिया, उन्होंने दीपालपुर कहंदे ने। कदे उस नगर का आले दुआले की जमीन का मालक सी कोई, जिन्हों लोग सेठ प्रेम चंद कहंदे सी। किसी ने अपने बच्चे बच्ची का विआह करना, करजा उहदे तों लैना। किसी ने घर में कोई कारज करना, घर बनाउणा, करजा उहदे कोलों लैना। इन्ना अमीर उन्होंने लोग सेठ प्रेम चंद कहण। और साध संगत एक वक्त आया जिदन वो बंदा बिरध अवस्था में आउण लगा, उहदे शरीर ते कोड़ फट गया, सारा शरीर कोड़ नाल भर गया, हथ पैर बाहां मूँह तो कोड़ चोण लग पिया। अखीर वैद्यां ने इलाज करके जवाब देता उहदे पुत्र नोहां नूं, ये ठीक होने वाला नहीं, और इहदे कोड़ की बीमारी किसी होर नूं ना लग जाए, इनू थोड़ा जिहा घर परिवार तो कपड़े लीड़े भांडे दूर रखो। साध संगत कुछ बीमारियां ऐसियां ने जिथे रोगी दे भांडे बिस्तरे कपड़े अलग करने पैंदे ने, डॉक्टर कह दिंदे ने। वैद्यां ने कह दे कपड़े लीड़े रजाई बिस्तरा भांडे सब अलग कर दिओ। ते साध संगत वो पुत ते नोहां ने अपने प्यो नूं घर तो ही बाहर कढ़ दिता, खेतों में बाहर कुल्ली पा दी, इत्थे बापू तैनूं कपड़ा लीड़ा रोटी दे देंगे। किन्ने महीने गुजर गए। जदों कोई बंदा घर तो रहन लग जाए, कई बार घर तो बाहर रहन वाले नूं घर वाले भुल जाते हैं, उन्होंने रोटी देनी घर वाले भुलन लग पे। एक शरीर का दुख ते दूजा पेट की भुख, वो बंदे नूं मौत सामने दिसन लग पई। अपने दुखों तो दुखी होया, जिन्हों लोग कदे सेठ प्रेम चंद कहंदे सी, लंघण वाले लोग हुण कहंदे ने वो प्रेमे कोड़ी की कुल्ली है, और प्रेमे कोड़ी की शन है, उन्होंने लोग कोड़ी कहण लग पे। दुनिया के दुखों ते भुख तो दुखी रब कोलों मौत मंगण लग पे। महाराज इहदे नालों रब्बा मैनू मौत दे दे, इहदे नालों मैनू मौत दे दे। दुख विच बंदे नूं अपने कीते कर्म चेते आउंदे ने, सुख वेले कदे बंदे नूं कर्म याद नहीं आउंदे। साध संगत पछतावा ही दुख विच पैदा हुंदा है, सुख वेले कौन लोग पछतावा करदे। अज जदों पछतावा पैदा होया, रब कोलों मौत मंगदा है, कहते ने उदों धन गुरु नानक साहब महाराज भाई मरदाने नूं लैके पहुँच गए। पातशाह ने कहा मरदानिया अज आपां कीर्तन पता कित्थे करना है? कहते महाराज कित्थे? कहणगे कदे वड्डे वड्डे अमीर सज्जन ठग वालियां नूं कीर्तन सुनाए, कदे मलक भागो दे महलां विच भी शब्द सुनाए,
ਅੱਜ ਵੇਖ ਮਰਦਾਨਿਆਂ, ਆਪਾਂ ਰੱਬ ਦੀ ਬਾਣੀ ਦਾ ਕੀਰਤਨ ਇੱਕ ਕੋੜੀ ਦੀ ਕੁੱਲੀ ਵਿੱਚ ਕਰਨਾ। ਮਹਾਰਾਜ ਕੋੜੀ ਦੀ ਕੁੱਲੀ ਵਿੱਚ ਹਜ਼ੂਰ ਲੈ ਕੇ ਚਲੇ ਗਏ। ਜਦੋਂ ਦੀਪਾਲਪੁਰ ਰਿਆਸਤ ਲੰਘੇ, ਰਾਤ ਦਾ ਹਨੇਰਾ ਛਾ ਚੁੱਕਾ ਸੀ। ਆਕਾਸ਼ ਵਿੱਚ ਚਮਕਦੇ ਹੋਏ ਤਾਰੇ, ਥੋੜੇ ਜਿਹੇ ਚੰਦਰਮੇ ਦੀ ਲੋ ਲੱਗੀ। ਹਜ਼ੂਰ ਕੁੱਲੀ ਕੋਲ ਪਹੁੰਚ ਗਏ। ਅੰਦਰ ਦੀਵਾ ਜਗਦਾ। ਉਹ ਦੁਖੀ ਹੋਇਆ ਕੋੜੀ ਹਾਏ ਹਾਏ ਕਰਕੇ ਕਹਿੰਦਾ, ਰੱਬਾ ਇਹਦੇ ਨਾਲੋਂ ਮੌਤ ਦੇ ਦੇ। ਪਾਤਸ਼ਾਹ ਨੇ ਬਚਨ ਕਹੇ, ਮਰਦਾਨਿਆਂ ਇਹ ਦੁਖੀ ਬੰਦੇ ਨੂੰ ਬਾਹਰ ਲੈ ਕੇ ਆ। ਜਦੋਂ ਭਾਈ ਮਰਦਾਨਾ ਉਹਦੀ ਕੁੱਲੀ ਵਿੱਚ ਗਏ, ਇੱਕਦਮ ਬਾਹਰ ਆ ਗਏ। ਕਹਿੰਦੇ ਮਹਾਰਾਜ ਅੰਦਰ ਤਾਂ ਬਹੁਤ ਬਦਬੂ ਹੈ, ਮਹਾਰਾਜ ਉਤੋਂ ਦੁਰਗੰਧ ਬਹੁਤ ਆਉਂਦੀ ਹੈ। ਹਜ਼ੂਰ ਨੇ ਕਿਹਾ ਘਿਰਨਾ ਨਾ ਕਰ, ਉਸ ਕੋੜੀ ਨੂੰ ਮਰਦਾਨਿਆਂ ਬਾਹਰ ਲੈ ਕੇ ਆ, ਇਹਦੇ ਤਨ ਤੇ ਮਨ ਦਾ ਕੋੜ ਹਟਾਉਣਾ। ਭਾਈ ਮਰਦਾਨੇ ਨੇ ਉਸ ਕੋੜੀ ਨੂੰ ਬਾਹੋਂ ਪਕੜ ਕੇ ਬਾਹਰ ਲਿਆਂਦਾ। ਉਹਨੇ ਹੱਥ ਜੋੜ ਕੇ ਕਿਹਾ, ਤੁਸੀਂ ਕੌਣ ਹੋ? ਮੇਰੇ ਤਾਂ ਆਪਣੇ ਮੈਨੂੰ ਛੱਡ ਗਏ। ਭਾਈ ਮਰਦਾਨੇ ਕਿਹਾ, ਭਾਈ ਜਿਹਦੇ ਤੂੰ ਦਰਸ਼ਨ ਕਰ ਰਿਹਾ ਹੈ, ਤੈਨੂੰ ਪਤਾ ਕੌਣ ਹੈ? ਇਹ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਹੈ। ਬਸ ਕੰਨਾਂ ਨਾਲ ਗੁਰੂ ਨਾਨਕ ਸਾਹਿਬ ਦਾ ਨਾਮ ਸੁਣਿਆ, ਇੱਕ ਵਾਰ ਅੰਦਰ ਧੁਰ ਹਿਰਦੇ ਤੱਕ ਮਨ ਅੰਦਰੋਂ ਸ਼ਾਂਤ ਹੋ ਗਿਆ। ਕਿਉਂਕਿ ਪਾਤਸ਼ਾਹ ਦੇ ਬਚਨ ਨੇ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਦੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਕੰਨਾਂ 'ਚ ਗੁਰੂ ਨਾਨਕ ਸਾਹਿਬ ਦਾ ਨਾਮ ਪਿਆ, ਅੰਦਰੋਂ ਮਨ ਨੂੰ ਸਕੂਨ ਜਿਹਾ ਆ ਗਿਆ। ਹੱਥ ਜੋੜ ਕੇ ਕਿਹਾ, ਮਹਾਰਾਜ ਤੁਸੀਂ ਮੇਰੇ ਕੋਲ ਕਿਉਂ ਆਏ ਹੋ? ਮੇਰੇ ਤਾਂ ਆਪਣੇ ਮੈਨੂੰ ਛੱਡ ਗਏ। ਪਾਤਸ਼ਾਹ ਨੇ ਬਚਨ ਕਹੇ, ਭਲਿਆ ਇਹ ਅਕਾਲ ਪੁਰਖ ਰੱਬ ਦਾ ਹੁਕਮ ਹੈ, ਅਸੀਂ ਤੇਰੇ ਤਨ ਦਾ ਕੋੜ ਵੀ ਹਟਾਉਣਾ, ਤੇਰੇ ਮਨ ਦਾ ਕੋੜ ਵੀ ਹਟਾਉਣਾ। ਪਹਿਲਾਂ ਦੱਸ ਤੂੰ ਕੌਣ ਹੈ? ਉਹਨੇ ਕਿਹਾ, ਜੀ ਆ ਨਗਰ ਚੋਂ ਤੁਸੀਂ ਲੰਘ ਕੇ ਆਏ ਹੋਵੋਗੇ। ਇਹ ਦੀਪਾਲਪੁਰ ਰਿਆਸਤ ਦਾ ਕਦੇ ਮੈਂ ਸੇਠ ਹੁੰਦਾ ਸੀ, ਲੋਕੀ ਮੇਰੇ ਕੋਲੋਂ ਕਰਜ਼ਾ ਲੈ ਕੇ ਆਪਣਾ ਘਰ ਬਣਾਉਂਦੇ ਸੀ। ਅੱਜ ਲੋਕ ਮੈਨੂੰ ਸੇਠ ਪ੍ਰੇਮ ਚੰਦ ਨਹੀਂ, ਲੋਕ ਮੈਨੂੰ ਪ੍ਰੇਮਾ ਕੋੜੀ ਕਹਿੰਦੇ ਨੇ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਇੱਕਦਮ ਅੱਖਾਂ ਬੰਦ ਕਰਕੇ ਬੈਠ ਗਏ। ਫਿਰ ਪਾਤਸ਼ਾਹ ਨੇ ਨੇਤਰ ਖੋਲ ਕੇ ਕਿਹਾ, ਪ੍ਰੇਮਿਆਂ ਤੈਨੂੰ ਕੋੜ ਪਤਾ ਕਿਉਂ ਫੁੱਟਿਆ? ਉਹਨੇ ਕਿਹਾ, ਮਹਾਰਾਜ ਕਿਉਂ? ਕਹਿਣਗੇ, ਰੱਬ ਨੇ ਤੈਨੂੰ 3 ਜਨਮ ਇਸ ਧਰਤੀ ਤੇ ਮਾਨਸ ਦੇਹੀ ਦੇ ਦਿੱਤੇ। 3 ਜਨਮਾਂ ਵਿੱਚ ਤੈਨੂੰ ਰੱਜ ਕੇ ਅਮੀਰ ਬਣਾਇਆ। ਤੇਰੇ ਕੋਲ ਪੈਸਾ, ਧਨ, ਦੌਲਤ, ਜ਼ਮੀਨ, ਜਾਇਦਾਦ ਦਿੱਤੀ, ਪਰ 3 ਜਨਮਾਂ ਵਿੱਚ ਤੂੰ ਬੰਦਗੀ ਨਹੀਂ ਕਰ ਸਕਿਆ। ਨਾ ਤੂੰ ਨਾਮ ਜਪਿਆ, ਨਾ ਰੱਬ ਦਾ ਸ਼ੁਕਰਾਨਾ ਕੀਤਾ, ਸਗੋਂ ਮੋਹ ਮਾਇਆ ਵਿੱਚ ਇੰਨਾ ਦਾਗੀ ਹੋ ਗਿਆ। ਉਹ ਸੇਠ ਪ੍ਰੇਮ ਚੰਦ, ਤੂੰ ਮੋਹ ਮਾਇਆ ਵਿੱਚ ਦਾਗ ਲਵਾ ਲੈ। ਲੋਕਾਂ ਦੀ ਜ਼ਮੀਨ ਜਾਇਦਾਦ ਬੇਈਮਾਨੀ ਨਾਲ ਲਿਖਦਾ ਰਿਹਾ। ਕਿਸੇ ਦਾ ਦਿੱਤਾ ਕਰਜ਼ਾ ਉਹਦੀ ਜ਼ਮੀਨ ਲਿਖਵਾ ਲਈ, ਕਿਸੇ ਨੂੰ ਪੈਸੇ ਦਿੱਤੇ ਉਹ ਤੋਂ ਜ਼ਮੀਨ ਆਪਣੇ ਨਾਮ ਕਰਾ ਲਈ। 3 ਜਨਮਾਂ ਵਿੱਚ ਪਾਪ ਇਕੱਠੇ ਕੀਤੇ। ਇਸ ਜਨਮ ਵਿੱਚ ਪਾਪਾਂ ਦਾ ਘੜਾ ਭਰ ਗਿਆ, ਤਾਂ ਤੇਰੇ ਸਰੀਰ ਤੇ ਕੋੜ ਫੁੱਟਿਆ। ਪਾਤਸ਼ਾਹ ਨੇ ਕਿਹਾ, ਰੱਬ ਨੇ ਤੈਨੂੰ ਦੁਨੀਆ ਵੇਖਣ ਲਈ ਅੱਖਾਂ ਦਿੱਤੀਆਂ, ਕਦੇ ਅੱਖਾਂ ਨਾਲ ਤੂੰ ਚੰਗਾ ਨਹੀਂ ਵੇਖਿਆ। ਰੱਬ ਨੇ ਤੈਨੂੰ ਬੋਲਣ ਲਈ ਜ਼ੁਬਾਨ ਦਿੱਤੀ, ਕਦੇ ਇਸ ਜ਼ੁਬਾਨ ਤੋਂ ਰੱਬ ਦਾ ਨਾਮ ਨਹੀਂ ਲਿਆ। ਉਹਨੇ ਹੱਥ ਤੇ ਪੈਰ ਦਿੱਤੇ, ਕਦੇ ਰੱਬ ਦਾ ਸ਼ੁਕਰ ਨਹੀਂ ਕੀਤਾ। ਹੁਣ ਇਸ ਜਨਮ ਵਿੱਚ ਤੂੰ ਦਾਗੀ ਹੋ ਗਿਆ। ਇਹ ਦਾਗ ਤੇਰਾ ਦਰਗਾਹ ਤੱਕ ਜਾਣਾ ਸੀ, ਪਰ ਤੈਨੂੰ ਕਰਮਾਂ ਦਾ ਪਛਤਾਵਾ ਪੈਦਾ ਹੋ ਗਿਆ। ਜਿਹੜੀ ਗੱਲ ਪਾਤਸ਼ਾਹ ਨੇ ਉਹਨੂੰ ਸਮਝਾਈ, ਉਹ ਸਾਰੀ ਦੁਨੀਆ ਦੇ ਲੋਕਾਂ ਲਈ ਉਪਦੇਸ਼ ਸੀ। ਇੰਨੇ ਨੂੰ ਅੰਮ੍ਰਿਤ ਵੇਲਾ ਹੋਣ ਲੱਗਾ। ਹਜ਼ੂਰ ਨੇ ਆਪਣੇ ਗਲ ਚੋਂ ਹਜ਼ੂਰੀਆ ਕੱਪੜਾ ਲਾ ਕੇ ਦਿੱਤਾ। ਕਹਿੰਦੇ ਮਰਦਾਨਿਆਂ, ਇਹਦੇ ਹੱਥ ਪੈਰ ਮੂੰਹ ਸਾਫ਼ ਕਰ। ਹੱਥਾਂ ਪੈਰਾਂ ਬਾਹਾਂ ਤੋਂ ਪਾਣੀ ਚੁੰਦਾ। ਸਾਧ ਸੰਗਤ, ਇੱਦਾਂ ਦਾ ਕੋੜੀ ਜਿਹਦੀ ਮੈਂ ਕਥਾ ਸੁਣਾ ਰਿਹਾ, ਮੈਨੂੰ ਵੇਖਣ ਵਿੱਚ ਇੱਕ ਵਾਰ ਜ਼ਿੰਦਗੀ 'ਚ ਮਿਲਿਆ। ਮੈਂ ਵੇਖਿਆ ਉਹ ਬੰਦਾ, ਸਾਧ ਸੰਗਤ, ਸਰੀਰ ਦੀ ਚਮੜੀ ਲੱਥ ਜਾਂਦੀ ਹੈ ਔਰ ਸਰੀਰ ਵਿੱਚੋਂ ਪਾਣੀ ਸਿੰਮਦਾ, ਜਿਵੇਂ ਕਿਸੇ ਸੇਮ ਵਾਲੀ ਜਗ੍ਹਾ 'ਚੋਂ ਪਾਣੀ ਸਿੰਮਦਾ। ਜਿਵੇਂ ਤੁਹਾਡੀਆਂ ਕੰਧਾਂ ਨੂੰ ਸਲਾਬ ਆਉਂਦੀ ਹੈ, ਐਦਾਂ ਸਰੀਰ 'ਚੋਂ ਪਾਣੀ ਸਿੰਮਦਾ। ਉਸ ਕੋੜੀ ਬੰਦੇ ਦੀ ਚਾਦਰ ਬਦਲਣੀ ਪੈਂਦੀ 2 ਘੰਟਿਆਂ ਬਾਅਦ। ਉਹਦੇ ਤਨ ਤੇ ਕੱਪੜੇ ਨਹੀਂ ਪਾਏ ਜਾ ਸਕਦੇ, ਉਹਦੇ ਕਮਰੇ ਵਿੱਚ ਕੋਈ ਬੰਦਾ ਖਲੋ ਨਹੀਂ ਸਕਦਾ, ਇੰਨੀ ਦੁਰਗੰਧ ਆਉਂਦੀ ਹੈ। ਮੈਂ ਇਹੋ ਜਿਹੇ ਬੰਦੇ ਵੇਖੇ ਨੇ। ਔਰ ਸਾਧ ਸੰਗਤ, ਪਾਤਸ਼ਾਹ ਕਿਰਪਾ ਕਰਨ, ਬੰਦਾ ਤਨ ਦਾ ਕੋੜੀ ਵੀ ਹੁੰਦਾ, ਕਈ ਵਾਰ ਆਪਾਂ ਮਨ ਦੇ ਕੋੜੀ ਵੀ ਹਾਂ। ਤਨ ਦੇ ਕੋੜੀਆਂ ਨਾਲੋਂ ਮਨ ਕੋੜੀ ਜ਼ਿਆਦਾ ਹੈ, ਜਿਹੜਾ ਦੂਜਿਆਂ ਬਾਰੇ ਬੁਰਾ ਸੋਚਦਾ ਰਹਿੰਦਾ। ਇਹ ਤਾਂ ਗੁਰੂ ਦੇ ਦਰ ਉੱਤੇ ਆ ਕੇ ਵੀ ਬੁਰਾ ਸੋਚਣਾ ਨਹੀਂ ਹਟਦਾ। ਅੱਜ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ, ਕਹਿੰਦੇ ਕੋੜੀਆ, ਤੇਰੇ ਤਨ ਦਾ ਰੋਗ ਤੈਨੂੰ ਕਿਉਂ ਲੱਗਾ? ਸੁਣ ਰੱਬ ਦੇ ਘਰੋਂ ਕੀ ਹੁਕਮ ਹੋਇਆ। ਪਹਿਲਾਂ ਕੱਪੜੇ ਨਾਲ ਭਾਈ ਮਰਦਾਨੇ ਨੂੰ ਹਜ਼ੂਰ ਨੇ ਹਜ਼ੂਰੀਆ ਦਿੱਤਾ। ਕਹਿੰਦੇ ਦੇ ਹੱਥ ਪੈਰ ਸਾਫ਼ ਕਰ। ਜਿਵੇਂ ਜਿਵੇਂ ਪਾਣੀ ਸਾਫ਼ ਕੀਤਾ, ਉਹਨੂੰ ਮਨ ਨੂੰ ਟਿਕਾਓ ਆ ਗਿਆ। ਫਿਰ ਹਜ਼ੂਰ ਨੇ ਬਚਨ ਕਿਹਾ, ਨਾਲ ਨਾਲ ਜਪ, ਇੱਕ ਓੰਕਾਰ ਸਤਨਾਮ
ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ। ਜਿਵੇਂ ਜਿਵੇਂ ਕੋੜੀ ਨਾਮ ਜਪੇ ਉਹਦੇ ਮਨ ਨੂੰ ਟਿਕਾਓ ਆਉਣ ਲੱਗ ਪਿਆ। ਅੰਮ੍ਰਿਤ ਵੇਲਾ ਹੋਣ ਲੱਗਾ। ਹਜ਼ੂਰ ਨੇ ਕਿਹਾ ਮਰਦਾਨਿਆ ਰਵਾਬ ਛੇੜ, ਰੱਬ ਦੇ ਘਰੋਂ ਜੋ ਹੁਕਮ ਦੁਨੀਆ ਲਈ ਹੋਇਆ ਉਹ ਸੁਣ। ਜਦੋਂ ਪਾਤਸ਼ਾਹ ਦਾ ਹੁਕਮ ਮਰਦਾਨੇ ਰਵਾਬ ਛੇੜੀ, ਹਜ਼ੂਰ ਉਹ ਕੁੱਲੀ ਵਿੱਚ ਬਹਿ ਕੇ ਰੱਬ ਦੀ ਬਾਣੀ ਦਾ ਕੀਰਤਨ ਕਰਨ ਲੱਗੇ। ਉੱਥੇ ਸਾਹਿਬ ਨੇ ਸ਼ਬਦ ਉਚਾਰਨ ਕੀਤਾ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸ਼ਬਦ ਕਿਹਾ, ਧਨਾਸਰੀ ਮਹੱਲਾ ਪਹਿਲਾ, ਜਿਉ ਤਪਤ ਹੈ ਵਾਰੋ ਵਾਰ, ਤਪ ਤਪ ਖਪੈ ਬਹੁਤ ਵਿਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਹੁਣ ਉਹਨੂੰ ਮਹਾਰਾਜ ਸਿੱਧਾ ਸਮਝਾਉਂਦੇ, ਕਹਿੰਦੇ ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ। ਜਿਹੜੇ ਰੱਬ ਨੇ ਅੱਖਾਂ ਦਿੱਤੀਆਂ, ਜਿਹੜੇ ਰੱਬ ਨੇ ਬੋਲਣ ਲਈ ਜ਼ਬਾਨ ਦਿੱਤੀ, ਨਾ ਕਦੇ ਅੱਖਾਂ ਨਾਲ ਸਹੀ ਵੇਖਿਆ, ਨਾ ਕਦੇ ਜ਼ਬਾਨ ਨਾਲ ਸੱਚ ਬੋਲਿਆ। ਭਾਈ ਇਸ ਜ਼ਬਾਨ ਨਾਲ ਕੂੜ ਨਿੰਦਿਆ ਝੂਠ ਬੋਲਦੇ ਰਹੇ, ਇਸ ਜ਼ਬਾਨ ਨਾਲ ਦੂਜੇ ਨੂੰ ਮਾੜਾ ਬੋਲਦਾ ਰਿਹਾ, ਇਸ ਜ਼ਬਾਨ ਨਾਲ ਕਦੇ ਨਹੀਂ ਬੋਲਿਆ ਸਤਨਾਮ ਸ੍ਰੀ ਵਾਹਿਗੁਰੂ। ਇੱਕ ਬੇਨਤੀ ਸਮਝਿਓ ਸਾਧ ਸੰਗਤ, ਜਦੋਂ ਤੋਂ ਸਵੇਰ ਤੋਂ ਆਪਣੀ ਨੀਂਦ ਚੋਂ ਜਾਗ ਖੁੱਲੀ ਹੈ, ਸੋਚ ਕੇ ਵੇਖਿਓ, ਕੋਈ ਲੇਟ ਤੋਂ ਲੇਟ ਬੰਦਾ 6 ਵਜੇ ਉੱਠਿਆ ਹੋਏਗਾ। ਆਪਾਂ ਪਿੰਡਾਂ ਵਾਲੇ ਗ੍ਰਸਤੀ ਬੰਦੇ ਛੇਤੀ ਉੱਠਦੇ, 6 ਵਜੇ ਤੋਂ ਲੈ ਕੇ ਹੁਣ ਰਾਤ ਦੇ 10 ਵਜੇ ਚੱਲੇ ਨੇ। ਇਹ ਯਾਦ ਰੱਖਿਓ, 16 ਘੰਟਿਆਂ ਵਿੱਚ ਆਪਾਂ ਸਾਰਾ ਦਿਨ ਘਰ ਦੀਆਂ ਗੱਲਾਂ ਕੀਤੀਆਂ, ਪਰਿਵਾਰ ਦੀਆਂ ਗੱਲਾਂ ਕੀਤੀਆਂ, ਰਿਸ਼ਤੇਦਾਰੀ ਦੀਆਂ ਗੱਲਾਂ ਕੀਤੀਆਂ, ਕਾਰੋਬਾਰ ਦੀਆਂ ਗੱਲਾਂ ਕੀਤੀਆਂ। ਕਦੇ ਯਾਦ ਕਰਿਓ 16 ਘੰਟਿਆਂ 'ਚ ਸ਼ਾਇਦ 16 ਵਾਰ ਵੀ ਵਾਹਿਗੁਰੂ ਨਹੀਂ ਕਿਹਾ। ਰੱਬ ਦੀ ਦਿੱਤੀ ਜ਼ਬਾਨ ਨਾਲ ਕਿੰਨਾ ਬੋਲੀਦਾ, ਔਰ ਕਿੰਨਾ ਉੱਚੀ ਉੱਚੀ ਬੱਚਿਆਂ ਨੂੰ ਆਵਾਜ਼ਾਂ ਮਾਰ, ਕੰਮ ਦੀਆਂ ਗੱਲਾਂ ਕਰ, ਰਿਸ਼ਤੇਦਾਰ ਦੀਆਂ ਗੱਲਾਂ, ਵਪਾਰ ਦੀਆਂ ਗੱਲਾਂ। ਸਾਰਾ ਦਿਨ ਇਹ ਬੰਦੇ ਦੀ ਜ਼ਬਾਨ ਬੋਲਦੀ ਹੈ। ਕਦੇ ਇਸ ਜ਼ਬਾਨ ਤੋਂ ਜਪਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਅਰਜਨ ਸਾਹਿਬ ਮਹਾਰਾਜ ਦਾ ਇੱਕ ਬਚਨ ਹੈ, ਸ਼ਲੋਕ ਸਹਿਸ ਕੀਰਤੀ ਵਿੱਚ ਮਹਾਰਾਜ ਨੇ ਕਿਹਾ, ਅੱਜ ਆ ਜੀਵ ਦਾ ਵੇਖੋ ਰਸ, ਖਾਣ ਲੱਗਿਆਂ ਜੀਵ ਕਦੇ ਵੀ ਨਹੀਂ ਥੱਕਦੀ। ਕਦੇ ਕੋਈ ਬੰਦਾ ਵਿਆਹ ਖਾ ਕੇ ਆਵੇ ਤੇ ਕਹਿੰਦਾ ਕਦੇ ਵੀ ਅੱਜ ਤਾਂ ਖਾ ਖਾ ਕੇ ਬਈ ਮੂੰਹ ਦੁਖਣ ਲੱਗ ਪਿਆ, ਅੱਜ ਤਾਂ ਇੰਨਾ ਕੁਝ ਖਾਧਾ, ਅੱਜ ਤਾਂ ਜੀਵ ਥੱਕ ਗਈ। ਨਹੀਂ, ਖਾ ਖਾ ਕੇ ਪੇਟ ਭਰ ਜਾਏ ਤੇ ਬੰਦੇ ਦਾ ਪੇਟ ਦਰਦ ਕਰੇ ਅਲੱਗ ਗੱਲ ਹੈ। ਮਾਫ ਕਰਿਓ, ਖਾ ਖਾ ਕੇ ਜੀਭ ਕਦੇ ਵੀ ਨਹੀਂ ਥੱਕਦੀ, ਨਾ ਕਦੇ ਮੂੰਹ ਦੁਖਿਆ। ਖਾਂਦਿਆਂ ਜੀਭ ਨਾਲ ਰਸ ਭੋਗਦਿਆਂ ਕਦੇ ਨਹੀਂ ਬੰਦਾ ਥੱਕਦਾ। ਮਾਫ ਕਰਿਓ, ਉਹ ਚੀਜ਼ਾਂ ਵਿਆਹਾਂ ਵਿੱਚ ਲੋਕ ਵਿਖਾਵੇ ਲਈ 10-10 ਸਟਾਲ ਲਾਉਣਗੇ ਤੇ ਖਾਣ ਵਾਲੇ ਵੀ ਸਾਡੇ ਵਰਗੇ ਕਹਿੰਦੇ ਨੇ ਸਗਨ ਪੂਰਾ ਕਰਨਾ, ਜਿੰਨੇ ਪੈਸੇ ਦਿੱਤੇ ਬਈ ਪੈਸੇ ਤਾਂ ਪੂਰੇ ਕਰੀਏ। ਇੱਕ ਪਾਸੇ ਗੋਲ ਗੱਪੇ, ਦੂਜੇ ਪਾਸੇ ਆਈਸਕ੍ਰੀਮ, ਸਭ ਕੁਝ ਖਾ ਕੇ ਭਾਵੇਂ ਦੂਜੇ ਦਿਨ ਦਵਾਈ ਖਾਣੀ ਪੈ ਜਾਏ, ਕਿਉਂਕਿ ਬੰਦਾ ਆਪਣੀ ਜੀਭ ਤੇ ਕੰਟਰੋਲ ਨਹੀਂ ਰੱਖਦਾ। ਇਹ ਸੱਚ ਹੈ। ਬਜ਼ੁਰਗਾਂ ਦਾ ਕਥਨ ਹੈ, ਅੱਧੀ ਰੋਟੀ ਬੰਦਾ ਸਰੀਰ ਦੀ ਤੰਦਰੁਸਤੀ ਲਈ ਖਾਂਦਾ, ਅੱਧੀ ਰੋਟੀ ਸਾਧ ਸੰਗਤ ਬੰਦਾ ਆਪਣਾ ਪੇਟ ਭਰਨ ਲਈ ਖਾਂਦਾ, ਅੱਧੀ ਰੋਟੀ ਡਾਕਟਰਾਂ ਦਾ ਪੇਟ ਭਰਨ ਵਾਸਤੇ ਖਾਂਦਾ। ਅੱਧੀ ਕੁ ਰੋਟੀ ਆਪਣੇ ਲਈ ਖਾਈਦੀ ਹੈ, ਅੱਧਾ ਜੇ ਬੰਦਾ ਖਾਣ ਉੱਤੇ ਆਪਣੀ ਜ਼ਬਾਨ ਉੱਤੇ ਕੰਟਰੋਲ ਰੱਖ ਲੈ, ਇਹ ਯਾਦ ਰੱਖਿਓ, ਉਹ ਬੰਦੇ ਦੀਆਂ ਅੱਧੀਆਂ ਬਿਮਾਰੀਆਂ ਹਟ ਜਾਂਦੀਆਂ ਨੇ। ਆਹ ਜੀਵ ਨਾ ਤਾਂ ਖਾਂਦਿਆਂ ਥੱਕਦੀ ਹੈ, ਨਾ ਬੋਲਦਿਆਂ ਥੱਕਦੀ ਹੈ। ਸਾਰਾ ਦਿਨ ਬੋਲਦੇ, ਕਦੇ ਕਿਸੇ ਨੇ ਬੰਦੇ ਨੇ ਕਿਹਾ ਅੱਜ ਤਾਂ ਮੂੰਹ ਦੁਖਣ ਲੱਗ ਪਿਆ, ਅੱਜ ਤਾਂ ਬਹੁਤ ਬੋਲੇ ਵੀ ਅਸੀਂ, ਅੱਜ ਤਾਂ ਬਹੁਤ ਬੋਲੇ। ਜੀਵ ਨਹੀਂ ਕਦੇ ਦੁਖਦੀ। ਔਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਦਾ ਅਸਲੀ ਰੂਪ ਦੇਖਿਓ, ਕਦੇ ਲੋਕਾਂ ਸਾਹਮਣੇ ਮਿੱਠਾ ਬੋਲਦੀ ਹੈ, ਲੋਕਾਂ ਸਾਹਮਣੇ ਕੁਝ ਹੋਰ ਬੋਲੇਗੀ। ਇਹ ਜੀਵ ਦਾ ਅਸਲੀ ਰੂਪ ਵੇਖਿਓ, ਜਦੋਂ ਕਿਸੇ ਨਾਲ ਝਗੜਾ ਕਰਦੀ ਉਦੋਂ ਪਤਾ ਲੱਗਦਾ ਜ਼ੁਬਾਨ ਕਿੱਦਾਂ ਦੀ ਹੈ। 10ਵੇਂ ਘਰ ਵਿੱਚ ਆਵਾਜ਼ ਸੁਣਦੀ ਜਿੱਦਣ ਕੋਈ ਝਗੜਾ ਬੋਲਦਾ, ਉਹਦੀਆਂ ਗਾਲਾਂ ਉਹਦੀ ਜ਼ੁਬਾਨ ਫਿਰ 10ਵੇਂ ਘਰ 'ਚ ਬੋਲੇਗੀ। ਸਾਧ ਸੰਗਤ, ਇੱਕ ਪਰਿਵਾਰ ਵਾਲੇ ਕਹਿੰਦੇ ਜੀ ਸਾਡੀ ਨੂੰਹ ਨੂੰ ਸਮਝਾਓ ਭਾਈ ਸਾਹਿਬ, ਬੋਲਦੀ ਨਹੀਂ ਹੈ, ਚੁੱਪ ਕਰਕੇ ਅੰਦਰ ਬਹਿ ਜਾਂਦੀ ਹੈ। ਮੈਂ ਉਹਨੂੰ ਕਿਹਾ ਵੀ ਚੁੱਪ ਰਹਿੰਦੀ ਤਾਂ ਚੰਗੀ ਗੱਲ ਹੈ। ਕਹਿੰਦੇ ਨਹੀਂ ਭਾਈ ਸਾਹਿਬ, ਨਿਆਣਾ ਬੋਲੇ ਚੱਲੇ, ਕੋਈ ਬਾਹਰ ਬੈਠੇ ਕੋਈ ਗੱਲ ਕਰੇ, ਕਹਿੰਦੇ ਇਹ ਤਾਂ ਮੋਬਾਈਲ ਲੈ ਕੇ ਅੰਦਰ ਹੀ ਬੈਠੀ ਰਹਿੰਦੀ ਹੈ। ਕਹਿੰਦੇ ਇਹਨੂੰ ਪੁੱਛੋ, ਬੋਲਦੀ ਘੱਟ ਹੈ, ਚੁੱਪ ਕਰਕੇ ਅੰਦਰ ਬਹਿ ਜਾਂਦੀ। ਮੈਂ ਉਹ ਕੁੜੀ ਨੂੰ ਕਿਹਾ, ਉਹ ਥੋੜਾ ਘੱਟ ਵੀ ਪੜੀ ਸੀ, ਮੈਂ ਉਹਨੂੰ ਕਿਹਾ ਕਿਹੜੇ ਤੂੰ ਬੋਲਿਆ ਕਰ, ਬੱਚਿਆਂ ਪਰਿਵਾਰ ਵਿੱਚ ਬੈਠ ਆਪਣੀ ਸੱਸ ਨੂੰ ਬੁਲਾਇਆ ਕਰ। ਕਹਿੰਦੀ ਸਾਰਾ ਦਿਨ ਇਹੀ ਭੌਂਕਦੀ ਰਹਿੰਦੀ ਹੈ। ਮੈਂ ਕਿਹਾ ਲੈ ਬੁਲਾ ਲਓ ਇਹਨੂੰ, ਹੁਣ ਤੁਹਾਨੂੰ ਮੈਂ ਕਿਹਾ ਸੀ ਵੀ ਇਹਨੂੰ ਨਾ ਬੁਲਾਓ, ਜਿੰਨਾ ਕੁ ਬੋਲਦੀ ਠੀਕ ਹੈ। ਕਹਿੰਦੀ ਸਾਰਾ ਦਿਨ ਤਾਂ ਇਹੀ ਭੌਂਕਦੀ ਰਹਿੰਦੀ। ਸਾਧ ਸੰਗਤ, ਇਹ ਜ਼ਬਾਨ ਦਾ ਉਦੋਂ ਅਸਲੀ ਰੂਪ ਵੇਖੋ ਜਦੋਂ ਝਗੜਾ ਕਰਦੀ, ਉਹ ਬਾਹਰੋਂ ਕੁਝ ਹੋਰ ਹੈ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ, ਹੇ ਜਿਹਬੇ ਹੇ ਰਸ ਗਏ,
ਮਧੁਰ ਪ੍ਰਿਆ ਤੋਇੰ ਸਤ ਹਤੰ ਪਰਮ ਵਹਦੰਗ ਵਰਤ ਇਥੈ ਸ਼ੁੱਧ ਅਸ਼ਰਨੇ। ਤੂੰ ਖਾਣ ਨੂੰ ਸ਼ੇਰ ਹੈ, ਬੋਲਣ ਨੂੰ ਸ਼ੇਰ ਹੈ, ਝਗੜਾ ਕਰਨ ਨੂੰ ਸ਼ੇਰ ਹੈ, ਪਰ ਹੇ ਮੇਰੀਏ ਜੇਬੇ ਇੱਕ ਤੇਰੇ 'ਚ ਕਮੀ, ਰੱਬ ਦਾ ਨਾਮ ਲੈਣ ਲੱਗਿਆ ਤੈਨੂੰ ਮੌਤ ਪੈ ਜਾਂਦੀ ਹੈ। ਇਹਦੇ ਨਾਲ ਬੋਲਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਸਾਰਾ ਦਿਨ ਗੱਲਾਂ ਕਰੀ ਦੀਆਂ ਨੇ। ਸਾਧ ਸੰਗਤ, ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ, ਕੋੜੀਆ ਤੈਨੂੰ ਤਾਂ ਕੋੜ ਫੁੱਟਿਆ, ਰੱਬ ਨੇ 3 ਜਨਮਾਂ 'ਚ ਬੋਲਣ ਦੀ ਜ਼ੁਬਾਨ ਦਿੱਤੀ, ਤੂੰ ਕਦੇ ਰੱਬ ਦਾ ਨਾਮ ਨਹੀਂ ਲਿਆ। ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ, ਕਹਿੰਦੇ ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ, ਜਿਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾਂ ਦਾਗ, ਦਾਗ ਦੋਸ਼ ਮੂੰਹ ਚੱਲਿਆ ਲਾਏ, ਦਰਗਾ ਵੈਸਣ ਨਾਹੀ ਜਾਏ। ਕਹਿੰਦੇ ਕੋੜੀਆ ਇਹ ਦਾਗ ਲਵਾ ਕੇ ਦਰਗਾਹ ਵਿੱਚ ਵੀ ਥਾਂ ਨਹੀਂ ਮਿਲਦੀ। ਉਹ ਪਾਤਸ਼ਾਹ ਦੇ ਚਰਨੀ ਢਹਿ ਪਿਆ। ਹਜ਼ੂਰ ਨੇ ਉਹਨੂੰ ਸ਼ਬਦ ਦਿੱਤਾ, ਸਾਡੇ ਮਗਰ ਮਗਰ ਜਪ ਇੱਕ ਓੰਕਾਰ ਸਤਨਾਮ। ਉਹ ਜਪਦਾ ਰਿਹਾ। ਦਿਨ ਚੜ੍ਹਦਿਆਂ ਉਹਦੇ ਤਨ ਦਾ ਰੋਗ ਵੀ ਹਟ ਚੱਲਾ, ਦਿਨ ਚੜ੍ਹਦਿਆਂ ਉਹਦਾ ਮਨ ਵੀ ਨਿਰਮਲ ਹੋ ਗਿਆ। ਜਦੋਂ ਸਰੀਰ ਚੋਂ ਪਾਣੀ ਸਿੰਮਣਾ ਰੁਕ ਗਿਆ ਨਾ, ਪਾਤਸ਼ਾਹ ਕਹਿੰਦੇ ਰੋਜ਼ ਜਪੀ ਜਾਈ, ਤੇਰਾ ਤਨ ਤੰਦਰੁਸਤ ਹੋ ਜਾਣਾ, ਪਰ ਧਿਆਨ ਰੱਖੀ ਤੰਦਰੁਸਤ ਹੋ ਕੇ ਫਿਰ ਜਾ ਕੇ ਮੋਹ ਮਾਇਆ 'ਚ ਨਾ ਫਸ ਜੀ। ਜਿਨ੍ਹਾਂ ਨੇ ਤੈਨੂੰ ਰੋਗੀ ਜਾਣ ਕੇ ਘਰੋਂ ਕੱਢ ਦਿੱਤਾ, ਉਹ ਤੇਤੋਂ ਬਗੈਰ ਉਹਨਾਂ ਦਾ ਸਰਦਾ, ਫਿਰ ਤੂੰ ਜਾ ਕੇ ਮੋਹ ਮਾਇਆ 'ਚ ਹੁਣ ਗਲਤਾਨ ਨਾ ਹੋਈ। ਜਦੋਂ ਦਿਨ ਚੜਿਆ ਨਾ, ਕਿਸਾਨ ਬਾਹਰ ਕੋਈ ਖੇਤਾਂ ਨੂੰ ਆਏ, ਇੱਕ ਨੇ ਵੇਖਿਆ, ਚੌਂ ਨੇ ਵੇਖਿਆ, ਪਿੰਡ 'ਚ ਰੌਲਾ ਪੈ ਗਿਆ ਵੀ ਉਹ ਜਿਹੜਾ ਸੇਠ ਉਹਦਾ ਠੀਕ ਹੋ ਗਿਆ। ਸਾਧੂ ਕੋਲ ਕੋਈ ਬੈਠੇ ਨੇ, ਉਹ ਤਾਂ ਉਹਨੂੰ ਠੀਕ ਕਰ ਰਹੇ ਨੇ। ਜਦੋਂ ਉਹ ਸੇਠ ਦੇ ਘਰ ਖਬਰ ਪਹੁੰਚੀ ਵੀ ਬਈ ਤੁਹਾਡਾ ਬਾਪੂ ਤਾਂ ਤੰਦਰੁਸਤ ਹੋ ਗਿਆ, ਕੋਈ ਸੰਤ ਮਹਾਂਪੁਰਸ਼ ਆਏ ਨੇ, ਉਹਨੂੰ ਕੀਰਤਨ ਸੁਣਾਉਂਦੇ ਨੇ, ਉਹ ਠੀਕ ਹੋ ਗਿਆ। ਤੇ ਸਾਧ ਸੰਗਤ, ਉਸੇ ਵਕਤ ਪੁੱਤਰ ਤੇ ਨੋਹਾਂ ਭੋਜਨ ਪ੍ਰਸ਼ਾਦਾ ਬਣਾ ਕੇ ਥਾਲ ਭਰ ਕੇ ਤੁਰ ਪਏ ਖੇਤਾਂ ਵੱਲ। ਦੁਨੀਆ ਸੁੱਖਾਂ ਦੀ ਵੇਲੀ ਹੈ, ਦੁੱਖ ਵੇਲੇ ਕੌਣ ਸਹਾਇਤਾ ਕਰਦਾ। ਇਹ ਯਾਦ ਰੱਖਿਓ ਸੱਜਣੋ, 4 ਚੁਫੇਰੇ ਸੂਰਜ ਦੀ ਲੋ ਹੋਵੇ, ਰੌਸ਼ਨੀ ਵਿੱਚ ਬੰਦੇ ਦਾ ਪਰਛਾਵਾਂ ਸਰੀਰ ਦੇ ਨਾਲ ਨਾਲ ਤੁਰਦਾ। ਜਦੋਂ ਹਨੇਰਾ ਪੈ ਜਾਏ, ਬੰਦੇ ਦੇ ਸਰੀਰ ਦੇ ਪਰਛਾਵੇਂ ਵੀ ਸਾਥ ਛੱਡ ਜਾਂਦੇ ਨੇ। ਸੁੱਖਾਂ ਵੇਲੇ ਦੁਨੀਆ ਤੁਹਾਡੇ ਨਾਲ ਤੁਰੇਗੀ ਅੱਗੇ ਹੋ ਕੇ, ਦੁੱਖ ਵੇਲੇ ਆਪਣੇ ਵੀ ਛੱਡ ਜਾਂਦੇ ਨੇ। ਅੱਜ ਸੁੱਖ ਹੋਇਆ ਤੇ ਪੁੱਤ ਨੋਹਾਂ ਥਾਲ ਭਰ ਲਿਆਏ। ਉਦੋਂ ਪਾਤਸ਼ਾਹ ਨੇ ਬਿਠਾ ਕੇ ਸੰਗਤ ਵਿੱਚ ਬਚਨ ਕਿਹਾ, ਬੇਟਾ ਆਪਣੇ ਦੁਖੀ ਰੋਗੀ ਬਜ਼ੁਰਗਾਂ ਨੂੰ ਘਰੋਂ ਕੱਢਣਾ ਸਭ ਤੋਂ ਵੱਡਾ ਪਾਪ ਹੈ। ਅੱਜ ਤੁਸੀਂ ਆਪਣੇ ਪਿਓ ਨੂੰ ਘਰੋਂ ਕੱਢਿਆ, ਕੱਲ ਸਰੀਰ ਤੁਹਾਡਾ ਵੀ ਰੋਗੀ ਹੋ ਸਕਦਾ ਹੈ। ਪਾਤਸ਼ਾਹ ਨੇ ਬਚਨ ਕਹੇ, ਜ਼ਿੰਦਗੀ ਇੱਕੋ ਸ਼ੀਸ਼ਾ ਹੈ, ਜੋ ਕੁਝ ਅੱਜ ਕਰੋਗੇ ਉਹ ਬੀਜਿਆ ਵੱਢਣਾ ਪੈਂਦਾ। ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲੋਆ ਆਏ। ਇਹ ਉਹ ਸ਼ੀਸ਼ੇ ਦੀ ਨਿਆਈਆਂ ਜਿਹੜਾ 20 ਸਾਲਾਂ ਬਾਅਦ ਘੁੰਮ ਕੇ ਤੁਹਾਡੇ ਮੂੰਹ ਮੂਹਰੇ ਆ ਜਾਣਾ। ਅੱਜ ਆਪਣੇ ਬਜ਼ੁਰਗਾਂ ਦੀ ਨਰਾਦਰੀ ਕਰੋਗੇ, 20 ਸਾਲਾਂ ਬਾਅਦ ਤੁਹਾਡੀ ਔਲਾਦ ਤੁਹਾਡੀ ਨਰਾਦਰੀ ਕਰੇਗੀ। ਪਾਤਸ਼ਾਹ ਨੇ ਉਹਦੇ ਪੁੱਤਰ ਧੀਆਂ ਨੋਹਾਂ ਨੂੰ ਉਪਦੇਸ਼ ਦਿੱਤਾ ਔਰ ਉਸ ਪ੍ਰੇਮੀ ਕੋੜੀ ਨੂੰ ਕਿਹਾ, ਇੱਥੇ ਬਹਿ ਕੇ ਨਾਮ ਜਪ, ਲੋਕਾਂ ਨੂੰ ਨਾਮ ਜਪਾ। ਜਦ ਵਕਤ ਆਏਗਾ ਤੇਰੀ ਸੰਗਤ ਕਰਕੇ ਲੋਕਾਂ ਦੇ ਤਨ ਤੇ ਮਨ ਦੇ ਕੋੜ ਹਟਿਆ ਕਰਨਾ। ਪ੍ਰੇਮਾ ਜਿੱਥੇ ਬੈਠਾ ਉੱਥੇ ਧਰਮਸ਼ਾਲ ਬਣੀ। ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਮ ਉੱਤੇ ਅਸਥਾਨ ਬਣਿਆ ਹੋਇਆ। ਕਹਿਣ ਤੋਂ ਭਾਵ ਸਾਧ ਸੰਗਤ, ਇਹ ਦੁਨੀਆ ਸੰਸਾਰ ਵਿੱਚ ਬੰਦਾ ਹੈ, ਗੁਰੂ ਦੇ ਗਿਆਨ ਤੋਂ ਬਗੈਰ ਸਮਝ ਹੀ ਨਹੀਂ ਆਏਗੀ ਮੈਂ ਕਿਉਂ ਆਇਆ। ਗੁਰੂ ਦੇ ਗਿਆਨ ਰਾਹੀਂ ਹੀ ਸਮਝ ਆਉਂਦਾ, ਗੁਰੂ ਤੋਂ ਬਗੈਰ ਕਦੇ ਸਮਝ ਨਹੀਂ ਪਏਗੀ। ਜਦੋਂ ਗੁਰੂ ਗਿਆਨ ਦਿੰਦੇ, ਉਹਨੂੰ ਮਹਾਰਾਜ ਨੇ ਕਿਹਾ, ਗੁਰ ਬਿਨ ਘੋਰ ਅੰਧਾਰ। ਇਹ ਸਵਈਆ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਵਡਿਆਈ ਵਿੱਚ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ। ਇਹ ਆਪਾਂ ਜੋ ਕੁਝ ਸਮਾਗਮ ਰਚੇ, ਆਪਾਂ ਗੁਰੂ ਤੋਂ ਸੋਝੀ ਲੈਣ ਵਾਸਤੇ। ਇੱਕ ਬੇਨਤੀ ਮੈਂ ਤੁਹਾਨੂੰ ਕਰਨੀ ਹੈ, ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹੋ। ਆਪਾਂ ਗੁਰੂ ਰਾਮਦਾਸ ਮਹਾਰਾਜ ਦਾ ਹੁਕਮ ਮੰਨੀਏ, ਫਿਰ ਪੁਰਬ ਮਨਾਇਆ ਸਫਲ ਹੈ। ਉਂਝ ਤੁਹਾਨੂੰ ਇੱਥੇ ਪ੍ਰਸ਼ਾਦੇ ਛਕਣ ਲਈ ਨਹੀਂ ਸੱਦਿਆ ਪ੍ਰਬੰਧਕਾਂ ਨੇ, 3 ਦਿਨ ਸਮਾਗਮ ਕਰਨੇ ਨੇ, ਅਖਬਾਰਾਂ ਵਿੱਚ ਫੋਟੋ ਦੇਣੀ ਹੈ, ਲੋਕ ਇਕੱਠੇ ਕਰਨੇ ਨਹੀਂ। ਪ੍ਰਸ਼ਾਦਾ ਤੁਸੀਂ ਘਰ ਵੀ ਛਕਦੇ ਹੋ। ਇਹ ਪ੍ਰਬੰਧਕਾਂ ਨੇ ਇੰਨੀ ਮਿਹਨਤ ਕੀਤੀ ਹੈ ਸਮਾਗਮ ਲਈ। 3 ਦਿਨ ਦਾ ਸਮਾਗਮ ਕਰਾਉਣ ਲਈ 3-3 ਮਹੀਨੇ ਘਰ ਦੇ ਕੰਮ ਛੱਡਣੇ ਪੈਂਦੇ ਨੇ। ਅਸੀਂ ਸਮਾਗਮ ਕਰਾਈਦਾ ਸਾਲਾਨਾ,
ਸਾਧ ਸੰਗਤ ਜਿਹੜੇ ਸੇਵਾਦਾਰ ਬਣਾਏ ਨੇ, ਇੱਕ ਇੱਕ ਦੋ ਦੋ ਤਿੰਨ ਤਿੰਨ ਮਹੀਨੇ ਕੰਮ ਛੱਡਦੇ ਨੇ ਵਿਚਾਰੇ। ਰੋਜ਼ ਕੰਮ ਵੀ ਛੱਡਣਾ, ਉਗਰਾਹੀ ਵੀ ਕਰਨੀ, ਸੇਵਾ ਵੀ ਕਰਨੀ, ਪ੍ਰਬੰਧ ਵੀ ਕਰਨਾ, ਔਰ ਅਖੀਰ ਸਮਾਗਮ ਸਮਾਪਤੀ ਤੱਕ ਪ੍ਰਬੰਧਕਾਂ ਦੀ ਜਾਨ ਐ ਆ ਵੀ ਸੂਲੀ ਤੇ ਟੰਗੀ ਰਹਿੰਦੀ ਵੀ ਕੋਈ ਪ੍ਰਚਾਰਕ ਕੀਰਤਨੀਆਂ ਮਿਸ ਨਾ ਹੋ ਜਾਏ, ਕੰਮ ਨਾ ਲੇਟ ਹੋ ਜਾਏ, ਲੰਗਰ ਵਿੱਚ ਨਾ ਕੋਈ ਥੁੜ ਜਾਏ। ਮੈਨੂੰ ਪਤਾ ਹੈ, ਅੱਜ ਮੈਂ ਜਮਨਾ ਨਗਰ ਤੋਂ ਇੱਥੋਂ 250-300 ਕਿਲੋਮੀਟਰ ਹੈ, ਜਮਨਾ ਨਗਰ ਤੋਂ ਵੀ ਅੱਗੇ ਸੀ, ਤਾਂ ਉੱਥੋਂ ਮੈਂ ਇਹਨਾਂ ਨੂੰ ਫੋਨ ਕੀਤਾ ਵੀ ਮੇਰਾ ਔਖਾ ਹੋ ਜਾਣਾ। ਇਹ ਵਿਚਾਰੇ ਤਰਲੋ ਮੱਛੀ ਹੋ ਗਏ, ਕਹਿੰਦੇ ਨਾ ਨਾ ਭਾਈ ਸਾਹਿਬ ਇਦਾਂ ਨਾ ਕਰਿਓ। ਮੈਂ ਵੀ ਬੜਾ ਔਖਾ ਹੋ ਕੇ, ਇੱਕ ਸਿਰਫ ਯਾਰੀ ਨਿਭਾਉਣ ਵਾਲੀ ਗੱਲ ਹੋਈ ਵੀ ਇਹਨਾਂ ਨਾਲ ਪਿਆਰ ਨਿਭਾਉਣੀ ਆਇਆ ਇੱਥੇ, ਤੇ ਸਾਧ ਸੰਗਤ ਉੱਥੋਂ ਗੱਡੀ ਫਿਰ ਕਰਕੇ ਇੱਥੇ ਪਹੁੰਚੇ ਬੜੀ ਮੁਸ਼ਕਲ ਨਾਲ। ਇਹ ਮੈਨੂੰ ਪਤਾ ਹੈ, ਸਮਾਗਮ ਕਰਾਉਣ ਵਾਲਿਆਂ ਨੂੰ ਬੜੀ ਮੁਸ਼ਕਲ ਆਉਂਦੀ ਹੈ। ਕਰਾਉਣ ਵਾਲਿਆਂ ਨੂੰ ਲੋਕੀ ਕਹਿਣਗੇ ਐਵੇਂ ਫੋਟੋ ਲਾ ਦਿੰਦੇ ਨੇ, ਲੋਕੀ ਇਕੱਠਾ ਕਰ ਦਿੰਦੇ, ਸੱਦਿਆ ਨਹੀਂ ਹੋਣਾ। ਤੇ ਦੂਜੀ ਸਾਡੇ ਵੱਲ ਉਂਗਲ ਹੋਏਗੀ, ਦੂਜਾ ਨੰਬਰ ਸਾਡਾ ਹੀ ਆਉਂਦਾ, ਦੂਜੇ ਨੂੰ ਛੱਡੋ ਪਹਿਲਾਂ ਹੀ ਸਾਡਾ ਹੁੰਦਾ। ਸਿੱਧੇ ਕਹਿਣਗੇ ਉੱਧਰ ਪੈਸੇ ਜ਼ਿਆਦਾ ਮਿਲ ਗਏ ਹੋਣੇ ਤਾਂ ਉੱਧਰ ਨੂੰ ਚਲੇ ਗਏ। ਇਹ ਲੋਕਾਂ ਦੇ ਮਨ ਵਿੱਚ ਰਹਿੰਦਾ। ਸੋ ਸਮਾਗਮ ਕਰਾਉਣਾ ਬਹੁਤ ਔਖਾ ਹੈ, ਸੌਖਾ ਨਹੀਂ ਹੈ। ਇੰਨੀ ਮਿਹਨਤ ਕਰਕੇ ਜੇ ਆਪਾਂ ਕੁਝ ਖੱਟਿਆ ਹੀ ਨਾ, ਫਿਰ ਇਹ ਸਭ ਕੁਝ ਵਿਅਰਥ ਹੋ ਸਕਦਾ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਇੱਕ ਹੁਕਮ ਮੰਨ ਲਿਓ, ਮੇਰੇ ਲਈ ਵੀ ਅਰਦਾਸ ਕਰਿਓ ਮੈਂ ਵੀ ਮੰਨ ਸਕਾਂ। ਉਹ ਹੁਕਮ ਇਹਨੂੰ ਐਂ ਸਮਝਿਓ, ਮੈਂ ਕਥਾ ਵਿੱਚ ਇੰਝ ਕਹਿੰਦਾ ਹੁੰਦਾ, ਤੁਹਾਡੇ ਬੱਚੇ ਸਕੂਲਾਂ 'ਚ ਪੜ੍ਹਦੇ ਨੇ, ਜੇ ਬੱਚਾ ਸਕੂਲੋਂ ਆ ਕੇ ਘਰ ਹੋਮਵਰਕ ਨਾ ਕਰੇ ਨਾ, ਉਹਦਾ ਰਿਜ਼ਲਟ ਫੇਲ ਹੁੰਦਾ। ਆਪਾਂ ਕਿੰਨੇ ਚਿੰਤਾਤੁਰ ਹੋ ਕੇ ਕਹੀਦਾ ਬੇਟਾ ਸਕੂਲ ਦਾ ਕੰਮ ਕਰ ਲਾ, ਕਾਕਾ ਪੜ੍ਹਾਈ ਕਰੋ, ਬੇਟੇ ਸਕੂਲ ਦਾ ਕੰਮ ਕਰੋ। ਜਿਹੜਾ ਬੱਚਾ ਹੋਮਵਰਕ ਨਾ ਕਰੇ ਉਹਦਾ ਰਿਜ਼ਲਟ ਫੇਲ ਹੁੰਦਾ। ਆਪਾਂ ਗੁਰੂ ਦੇ ਦਰ ਤੇ ਆਏ, ਜੇ ਘਰ ਜਾ ਕੇ ਗੁਰੂ ਦਾ ਹੁਕਮ ਨਾ ਮੰਨਿਆ, ਰਿਜ਼ਲਟ ਸਾਡਾ ਵੀ ਫੇਲ ਹੋਣਾ, ਤੁਹਾਡਾ ਵੀ ਹੋਏਗਾ, ਮੇਰਾ ਵੀ ਫੇਲ ਹੀ ਹੋਣਾ। ਸਾਧ ਸੰਗਤ, ਇਹ ਜ਼ਰੂਰੀ ਨਹੀਂ ਵੀ ਸਾਡਾ ਕਥਾ ਕਰਕੇ ਗੁਜ਼ਾਰਾ ਹੋ ਜਾਣਾ। ਜਿਹੜਾ ਹੁਕਮ ਤੁਹਾਨੂੰ ਮੰਨਣਾ ਪੈਣਾ ਉਹ ਸਾਡੇ ਉੱਤੇ ਵੀ ਲਾਗੂ ਹੁੰਦਾ। ਸਾਨੂੰ ਸਾਰਿਆਂ ਨੂੰ ਪਾਤਸ਼ਾਹ ਨੇ ਹੁਕਮ ਕੀਤਾ, ਇਹਨੂੰ ਐ ਸਮਝਿਓ ਦਿਸ ਇਜ਼ ਯੂਅਰ ਹੋਮਵਰਕ, ਇਹ ਤੁਹਾਡਾ ਹੋਮਵਰਕ ਹੈ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਇਹ ਗੁਰੂ ਰਾਮਦਾਸ ਮਹਾਰਾਜ ਦਾ ਬਚਨ। ਮਹਾਰਾਜ ਕੀ ਕਰੇ ਫਿਰ ਉਹ? ਹੁਣ ਤੁਸੀਂ ਸਾਰੇ ਸਿੱਖ ਖਵਾਉਂਦੇ ਹੋ। ਅੱਛਾ, ਜਿਹਨੇ ਕੇਸ ਨਹੀਂ ਵੀ ਰੱਖੇ ਉਹ ਵੀ ਸਿੱਖ ਹੈ। ਪਤਾ ਕਿਉਂ? ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਾ। ਗੁਰਸਿੱਖ ਨਹੀਂ ਬਣਿਆ ਪਰ ਸਿੱਖ ਤਾਂ ਹੈ ਨਾ। ਕਿਹੜਾ ਬੰਦਾ ਜਿਹਦੇ ਸਿਰ ਤੇ ਕੇਸ ਨਹੀਂ, ਤੇ ਜੇ ਉਹ ਪਿੰਡ ਵਿੱਚ ਕੋਈ ਗੱਲ ਹੋ ਜਾਏ ਉਹਦਾ ਪਾਠ ਨਹੀਂ ਹੋਏਗਾ, ਉਹਦੀ ਗੁਰਦੁਆਰੇ ਅਰਦਾਸ ਨਹੀਂ ਹੋਏਗੀ। ਹਾਂ, ਉਹ ਸਿੱਖ ਬਣ ਕੇ ਮੰਨਣ ਲੱਗ ਜਾਏ, ਇੱਕ ਦਿਨ ਗੁਰਸਿੱਖ ਬਣੇਗਾ। ਸਿੱਖ ਤੋਂ ਗੁਰਸਿੱਖ ਤੱਕ ਦਾ ਇਹ ਸ਼ਬਦ ਹੈ। ਪਹਿਲੀ ਪੰਕਤੀ ਕਹੀ, ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉਠਰ ਨਾਮ ਧਿਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਅੱਗੇ ਲਿਖਿਆ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਉਹ ਤੋਂ ਬਾਅਦ ਸ਼ਬਦ ਆਇਆ ਸੋ ਗੁਰਸਿੱਖ। ਹੁਣ ਸਿੱਖ ਤੋਂ ਗੁਰਸਿੱਖ ਹੋ ਗਏ। ਸੋ ਗੁਰਸਿੱਖ ਗੁਰੂ ਮਨ ਭਾਵੇ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੇ ਨਾਮ ਜਪਾਵੇ। ਸੋ ਸਿੱਖ ਬਣਨ ਵਾਸਤੇ ਪਹਿਲਾਂ ਇਹ ਹੋਮਵਰਕ ਹੈ। ਸਵੇਰੇ ਜਦੋਂ ਨੀਂਦ ਵਿੱਚੋਂ ਤੁਹਾਡੀ ਯਾਗ ਖੁੱਲੇ, ਉੱਠਦਿਆਂ ਸਾਰ ਗੁਰੂ ਦਾ ਸਿੱਖ ਹੋਏ, ਜਿਹਦੀ ਜ਼ੁਬਾਨ ਤੇ ਪਹਿਲਾ ਸ਼ਬਦ ਆਵੇ ਸਤਨਾਮ ਸ੍ਰੀ ਵਾਹਿਗੁਰੂ। ਇਹ ਗੁਰੂ ਦੇ ਸਿੱਖ ਨੂੰ ਗੁਰੂ ਦਾ ਹੋਮਵਰਕ ਹੈ। ਭਾਈ ਤੂੰ ਤਾਂ ਸਿੱਖ ਹੈ ਜੇ ਉੱਠਦਿਆਂ ਸਾਰ ਤੇਰੀ ਜ਼ੁਬਾਨ ਪਹਿਲਾ ਸ਼ਬਦ ਕਵੇ ਸਤਨਾਮ ਸ੍ਰੀ ਵਾਹਿਗੁਰੂ। ਹਰ ਗੁਰੂ ਦਾ ਸਿੱਖ ਐਵਰੀ ਡੇ ਜਦੋਂ ਨੀਂਦ ਵਿੱਚੋਂ ਜਾਗ ਖੁੱਲੇ, ਉੱਠਦਿਆਂ ਸਾਰ ਜਪੇ ਸਤਨਾਮ ਸ੍ਰੀ ਵਾਹਿਗੁਰੂ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੇ, ਉੱਠਦਿਆਂ ਸਾਰ ਵਾਹਿਗੁਰੂ ਕਵੇ। ਤੇ ਸਾਧ ਸੰਗਤ, ਇਹ ਤਾਂ ਕਿਹਾ ਜਾਣਾ ਜੀ ਜੇ ਆਪਾਂ ਸੁਚੇਤ ਹੋਵਾਂਗੇ। 2 ਮਿੰਟ ਸੁਣਿਓ ਜਰਾ ਧਿਆਨ ਨਾਲ। ਜੇ ਸਰਾਣੇ ਮੋਬਾਈਲ ਰੱਖੋਗੇ, ਪਹਿਲੀ ਗੱਲ ਤਾਂ ਰਾਤ ਲੋਕੀ ਜਿੰਨੀ ਦੇਰ ਬੈਟਰੀ ਨਾ ਮੁੱਕ ਜਾਏ ਮੋਬਾਈਲ ਨਹੀਂ ਬੰਦ ਕਰਦੇ। ਅੱਛਾ, ਫਿਰ ਸਵੇਰੇ ਉੱਠਦਿਆਂ ਸਾਰ ਪਹਿਲਾਂ ਮੋਬਾਈਲ ਚੁੱਕ ਕੇ ਵੇਖਣਾ ਵੀ ਵਟਸਐਪ ਆਇਆ ਕੋਈ, ਪਹਿਲਾਂ ਫੇਸਬੁੱਕ। ਜਿਹੜਾ ਉੱਠਦਿਆਂ ਸਾਰ ਕਲੇਸਬੁੱਕ ਚਲਾਉਂਦੇ, ਖਬਰਾਂ ਪੜ੍ਹ ਕੇ ਕਹਿੰਦਾ ਆਹ ਕੀ ਹੋ ਗਿਆ, ਆਹ ਕਿਹਦਾ ਬੇੜਾ ਬਹਿ ਗਿਆ, ਆਹ ਕਿਹਦਾ, ਉਹ ਸਵੇਰੇ ਕਿਵੇਂ ਨਾਮ ਜਪ ਸਕਦੇ? ਜਪਜੀ ਸਾਹਿਬ ਵਿੱਚ ਉਹਦੀ ਸੁਰਤ ਕਿਵੇਂ ਜੁੜੇਗੀ? ਤੁਹਾਡਾ ਧਿਆਨ ਉਹਨਾਂ ਖਬਰਾਂ ਵਿੱਚ ਹੀ ਤੁਰਿਆ ਫਿਰਨਾ। ਇਸ ਲਈ ਗੁਰੂ ਦਾ ਹੁਕਮ ਹੈ। ਮੈਂ ਗੁਰਮੁਖਾਂ ਦੇ ਦਰਸ਼ਨ ਕੀਤੇ ਨੇ, ਜਿਨ੍ਹਾਂ ਨੇ ਨਿਤਨੇਮ ਕਰਨਾ ਸਿੱਖੀ ਕਮਾਉਣੀ ਹੈ, ਉਨੀ ਦੇਰ ਆਪਣਾ ਮੋਬਾਈਲ ਨਹੀਂ ਖੋਲਦੇ ਜਿੰਨੀ ਦੇਰ ਸਵੇਰੇ ਉੱਠ ਕੇ ਨਿਤਨੇਮ ਨਾ ਕਰ ਲੈ। ਮੋਬਾਈਲ ਬਾਅਦ ਵਿੱਚ ਖੋਲਦੇ ਨੇ। ਕਿਉਂ? ਭਾਈ ਅਸੀਂ ਸਵੇਰੇ ਉੱਠ ਕੇ ਹੀ ਉਹ ਕੁਝ ਪੜ੍ਹਨ ਲੱਗ ਪਏ।
ਵੇਖਣ ਲੱਗ ਪਏ, ਫਿਰ ਤੁਹਾਡੀ ਸੁਰਤ ਵਿੱਚ ਸ਼ਬਦ ਨਹੀਂ ਟਿਕੇਗਾ। ਉੱਠਦਿਆਂ ਸਾਰ ਹੁਕਮ ਹੈ ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਪੜੋ ਗੁਰ ਸਤਿਗੁਰ ਕਾ ਜੋ ਸਿੱਖ, ਸੋ ਭਲ ਕੇ ਉਠ ਹਰਿ ਨਾਮ ਤੇ ਆਵੇ। ਉੱਠਦਿਆਂ ਸਾਰ ਵਾਹਿਗੁਰੂ ਕਵੇ, ਇਹ ਗੁਰੂ ਦਾ ਦਿੱਤਾ ਹੋਮਵਰਕ ਹੈ, ਇੰਨੀ ਕੁ ਗੱਲ ਮੰਨ ਲਿਓ, ਇਹਦੇ ਨਾਲ ਹੀ ਫਰਕ ਪੈ ਜਾਣਾ। ਅੱਛਾ ਭਾਈ, ਕਰ ਲਓਗੇ ਸਵੇਰੇ ਉੱਠ ਕੇ? ਬੀਬੀਓ, ਭੈਣੋ, ਬੱਚੀਓ, ਵੀਰੋ, ਸਭ ਨੂੰ ਬੇਨਤੀ ਹੈ, ਜਦੋਂ ਸਵੇਰੇ ਤੁਹਾਡੀ ਨੀਂਦ ਚੋਂ ਜਾਗ ਖੁੱਲੇ, 4 ਵਜੇ ਉੱਠਦੇ ਹੋ, 5 ਵਜੇ ਉੱਠਦੇ ਹੋ, 6 ਵਜੇ ਉੱਠਦੇ ਹੋ, 6 ਵਜੇ ਤੋਂ ਲੇਟ ਨਹੀਂ ਹੋਣਾ ਚਾਹੀਦਾ। ਜੇ ਉੱਠਦੇ ਹੋ ਜਦੋਂ ਨੀਂਦ ਚੋਂ ਜਾਗ ਖੁੱਲੇ, ਉੱਠਦਿਆਂ ਸਾਰ ਆਪਣੇ ਮੰਜੇ ਬਿਸਤਰੇ ਬੈੱਡ ਤੇ ਬਹਿ ਕੇ ਪਹਿਲਾ ਸ਼ਬਦ ਹੱਥ ਜੋੜ ਕੇ 2-4 ਮਿੰਟ ਜਪਣਾ, ਵਾਹਿਗੁਰੂ 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 ਵਾਹਿਗੁਰੂ। ਜਪ ਲਓਗੇ ਭਾਈ, ਜਪ ਲਓਗੇ ਵੀਰੋ? ਸਵੇਰੇ ਉੱਠੋਗੇ ਵਾਹਿਗੁਰੂ ਕਹੋਗੇ? ਜਕਾਰਾ ਛੱਡ ਦਿਓ ਹੱਥ ਖੜੇ ਕਰਕੇ, ਵੀ ਸਵੇਰੇ ਵਾਹਿਗੁਰੂ ਕਹਾਂਗੇ ਉੱਠਦਿਆਂ ਸਾਂ। ਬੋਲੇ ਸੋ ਨਿਹਾਲ। ਉੱਠਦਿਆਂ ਸਾਰ ਪਹਿਲਾਂ ਵਾਹਿਗੁਰੂ ਕਹਿਣਾ, ਵਾਹਿਗੁਰੂ ਕਹਿਣਾ। ਇੰਨਾ ਆਪਾਂ ਕਰਨ ਲੱਗ ਜੀ, ਇਹਦੇ ਨਾਲ ਹੀ ਫਾਇਦਾ ਹੋ ਜਾਣਾ। ਮੈਨੂੰ ਕਈਆਂ ਨੇ ਸਵਾਲ ਕੀਤਾ, ਕਹਿੰਦੇ 2-4 ਮਿੰਟ ਕਿਉਂ ਕਹਿੰਦੇ ਹੋ? 2-4 ਮਿੰਟਾਂ ਨਾਲ ਕੀ ਹੋਣਾ? ਸਾਧ ਸੰਗਤ, 2 ਚਮਚੇ ਦਹੀਂ ਦੇ ਘਰ 'ਚ ਮਾਈਆਂ ਰੱਖ ਲੈਂਦੀਆਂ ਨੇ ਫਰਿੱਜ ਵਿੱਚ, ਉਹਨੂੰ ਸਾਡੇ ਦੁਆਬੇ ਵੱਲ ਮਾਲਵੇ 'ਚ ਜਾਗ ਕਹਿੰਦੇ ਨੇ, ਤੁਹਾਡੇ ਪਤਾ ਨਹੀਂ ਕੀ ਕਹਿੰਦੇ ਨੇ, ਉਹਨੂੰ ਜਾਗ ਜੰਮਣ ਕਹਿੰਦੇ ਨੇ। ਜੇ 1 ਚਮਚਾ ਜਾਂ 2 ਚਮਚੇ ਦਹੀਂ ਦੇ 4 ਕਿਲੋ ਦੁੱਧ 'ਚ ਪਾ ਦਿਓ, 4 ਕਿਲੋ ਦੁੱਧ ਸਵੇਰੇ ਦਹੀਂ ਬਣ ਜਾਂਦਾ। ਉਹ ਸੱਜਣੋ, 1 ਚਮਚੇ ਨਾਲ 4 ਕਿਲੋ ਦੁੱਧ ਦਹੀਂ ਪਾਇਆ ਦਹੀਂ ਹੋ ਸਕਦਾ। ਤੇ ਚਿੱਤੇ ਰੱਖਿਓ, 2-4 ਮਿੰਟ ਨਾਮ ਜਪਿਆ, ਤੁਹਾਡੇ ਘਰ 'ਚ ਜਾਗ ਲੱਗ ਸਕਦਾ ਸਿੱਖੀ ਦਾ। ਆਪਾਂ ਜਪਣ ਲੱਗ ਜਾਈਏ ਸਾਰੇ, ਆਪਣੇ ਆਪ ਜਾਗ ਵਧੇਗਾ। 1 ਚਮਚਾ ਦਹੀਂ ਦਾ ਪਾਇਆ 4 ਕਿਲੋ ਦੁੱਧ ਵੀ ਦਹੀਂ ਹੋ ਜਾਂਦਾ। ਆਪਾਂ 4 ਮਿੰਟ ਵੀ ਵਾਹਿਗੁਰੂ ਜਪਣ ਲੱਗ ਪਏ, ਸਿੱਖੀ ਦਾ ਜਾਗ ਲੱਗ ਜਾਣਾ ਘਰ ਵਿੱਚ। ਉੱਠਦਿਆਂ ਸਾਰ ਨਾਮ ਜਪੋ। ਨਾਮ ਜਪਣ ਨਾਲ ਤੁਹਾਡੇ ਘਰ ਵਿੱਚ ਕੱਲ ਕਲੇਸ਼ ਹਟਣਗੇ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਟਾਵੋ। ਦੂਜੀ ਬੇਨਤੀ ਇਹ ਹੈ, ਨਾਮ ਜਪਣ ਲੱਗ ਪਏ, ਤੁਹਾਡੇ ਵਹਿਮ ਭਰਮ ਹਟ ਜਾਣੇ। ਫਿਰ ਇਹ ਨਹੀਂ ਚਿੱਤ ਵਿੱਚ ਭਰਮ ਰਹਿਣਾ, ਹਾਏ ਬੱਚਿਆਂ ਨੂੰ ਨਜ਼ਰ ਨਾ ਲੱਗ ਜਾਏ। ਇੱਕ ਮਾਈ ਨੇ ਨਿੱਕਾ ਜਿਹਾ ਬੱਚਾ, ਹੱਥ ਤੇ ਵੀ ਕਾਲਾ ਧਾਗਾ ਬੰਨਿਆ, ਗਲ 'ਚ ਵੀ ਇੱਕ ਨਜ਼ਰ ਬੱਟੂ ਜਿਹਾ ਪਾਇਆ ਹੋਇਆ, ਪੈਰ ਤੇ ਵੀ। ਮੈਂ ਕਿਹਾ ਇੰਨੇ ਧਾਗੇ ਨੂੰ ਕਿਉਂ ਬੰਨੇ? ਕਹਿੰਦੀ ਬਾਬਾ ਜੀ ਨਜ਼ਰ ਹੀ ਨਾ ਲੱਗ ਜਾਏ। ਮੈਂ ਕਿਹਾ ਵੀ ਇਹਦਾ ਮਤਲਬ ਤੁਹਾਨੂੰ ਗੁਰੂ ਤੇ ਵਿਸ਼ਵਾਸ ਨਹੀਂ। ਇਹਦੇ ਹੱਥ ਵਿੱਚ ਕੜਾ ਪਾਓ, 10